ਢੱਡੀ ਜਥਾ ਹੈ ਇਹ ਸੰਗਤਾਂ ਦੀ ਪਿਛਲੇ 5.5 ਮਹੀਨਿਆਂ ਤੋਂ ਸੇਵਾ ਕਰਦੇ ਆ ਰਹੇ ਹਾਂ। ਸੰਗਤਾਂ ਨਾਲ ਬੜਾ ਇਹਨਾਂ ਨੇ ਪਿਆਰ ਬਣਾਇਆ ਹੈ। ਸਟੇਜ ਤੋਂ ਹਮੇਸ਼ਾ ਹੀ ਸਿੱਖ ਸਿਧਾਂਤਾਂ ਦੇ ਸਮਾਨ ਗੱਲ ਕੀਤੀ ਹੈ, ਹਮੇਸ਼ਾ ਹੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ। ਅੱਜ ਇਹਨਾਂ ਦਾ ਜੋ ਇਸ ਸਟੇਜ ਤੋਂ ਜੋ ਆਖਰੀ ਦੀਵਾਨ ਹੈ, ਇਹਨਾਂ ਨੇ ਕੱਲ੍ਹ ਇੰਡੀਆ ਨੂੰ ਵਾਪਸ ਚਲੇ ਜਾਣਾ ਹੈ। ਇਸ ਵੇਲੇ ਜੋ ਗੁਰਦੁਆਰਾ ਸਾਹਿਬ ਦੀ ਮਰਿਆਦਾ ਸਾਰੇ ਇਹਨਾਂ ਨੂੰ ਜੋ ਆਪਾਂ ਸਰੋਪਾ ਦੇ ਰਹੇ ਹਾਂ, ਸੋ ਆਪਾਂ ਸਾਰਿਆਂ ਨਾਲ ਇਸ ਤੋਂ ਬਾਅਦ ਇਹ ਸੰਗਤਾਂ ਨੂੰ ਜੋ ਸੰਬੋਧਨ ਹੋਣਗੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਆਓ ਜੀ ਤੁਸੀਂ ਵੀ ਆਓ ਮੈਂ ਜੋ ਅਵਤਾਰ ਸਿੰਘ ਆਲਮ ਦਾ ਢੱਡੀ ਜਥਾ ਹੈ, ਇਹਨਾਂ ਨੇ ਜੋ ਵੀ ਗਿਆਨੀ ਜੀ ਹੁਣੀ ਇਹਨਾਂ ਨੂੰ ਸੇਵਾ ਕਰਨ ਲਈ ਬੇਨਤੀ ਕੀਤੀ ਹੈ, ਇਹਨਾਂ ਨੇ ਹਮੇਸ਼ਾ ਹੀ ਬੇਨਤੀ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਜੋ ਪਿਛਲਾ ਸਮਾਂ ਸੀ, ਇਹਨਾਂ ਨੇ ਬਹੁਤ ਹੀ ਸੰਗਤਾਂ ਅਤੇ ਪ੍ਰਬੰਧਕ ਕਮੇਟੀ ਅਤੇ ਗਿਆਨੀ ਹੁਣਾਂ ਨਾਲ ਰਲ ਕੇ ਬੜਾ ਚੰਗਾ ਨਿਭਾਇਆ ਹੈ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਜਦੋਂ ਵੀ ਕਿਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੂੰ ਮੌਕਾ ਮਿਲਿਆ, ਇਹਨਾਂ ਨੂੰ ਦੁਬਾਰਾ ਇਸ ਸਟੇਜ ਤੋਂ ਸੰਗਤਾਂ ਰੂਬਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਹੁਣ ਆਪਾਂ ਜੋ ਅੱਜ ਦੀ ਦੀਵਾਨ ਦੀ ਸਮਾਪਤੀ ਤੱਕ ਅਵਤਾਰ ਸਿੰਘ ਆਲਮ ਦੇ ਢਾਡੀ ਜਥੇ ਤੋਂ ਆਪਾਂ ਜੋ ਇਹਨਾਂ ਨੇ 12 ਹੁਣ ਆਪਾਂ ਨੂੰ ਸਰਵਣ ਕਰਾਉਣੀ, ਆਪਾਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਪਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ, ਇਸ ਦੇ ਨਾਲ ਹੀ ਜਿਨ੍ਹਾਂ ਪ੍ਰਾਣੀਆਂ ਨੇ ਦੇਗਾਂ ਦੀ ਮਾਇਆ ਗੁਰੂ ਦੀ ਗੋਦ ਵਿੱਚ ਪਾਈ ਹੈ, ਗੁਰਸ਼ਾਨ ਸਿੰਘ ਸਿੱਧੂ, ਪਨੀਤ ਸਿੰਘ ਮੱਲੀ, ਸਰਜੀਤ ਸਿੰਘ ਚੀਮਾ, ਜੋਗਿੰਦਰ ਸਿੰਘ ਸੁੰਦਰ, ਮਨਜਿੰਦਰ ਸਿੰਘ ਸੁੰਦਰ, ਸੁਰਿੰਦਰ ਕੌਰ, ਸੰਤੋਖ ਸਿੰਘ ਸੂਰੀ, ਕਰਨਜੀਤ ਢਿੱਲੋਂ, ਹਰਜਿੰਦਰ ਸਿੰਘ ਢਿੱਲੋਂ, ਰਜਿੰਦਰ ਸਿੰਘ ਨਾਗਰਾ, ਹਰਜਿੰਦਰ ਸਿੰਘ ਪਵਾਰ। ਸੋ ਸਮੂਹ ਪ੍ਰਾਣੀਆਂ ਦੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਮਿਹਰ ਕਰੇ, ਦਸਾਂ ਨੋਹਾਂ ਦੀ ਕਹਿਰ ਜਿਹੜਾ ਖਜ਼ਾਨੇ ਚੁਆਇਆ ਖਜ਼ਾਨੇ ਭਰਪੂਰ ਹੋਣ, ਪਰਿਵਾਰਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਦਾਤ ਬਖਸ਼ੇ। ਲਓ ਜੀ, ਹੁਣ ਸਰਵਣ ਕਰੋ ਢਾਡੀ ਵਾਰਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੇ ਸਰਕਾਰ ਤੋਂ ਲੋਕੀ ਥਰ-ਥਰ ਕਰਕੇ ਕੰਬਦੇ ਸੀ, ਜੇ ਸਰਕਾਰ ਤੋਂ ਲੋਕੀ ਥਰ-ਥਰ ਕਰਕੇ ਕੰਬਦੇ ਸੀ, ਉਹ ਸਰਕਾਰ ਨਾਲ ਤੂੰ ਸਿੱਧੀ ਟੱਕਰ ਲਾਈ। ਸਾਨੂੰ ਭਾਰਤੀਆਂ ਨੂੰ ਕੱਢ ਗੁਲਾਮੀ ਚੱਕਰਾਂ ਚੋਂ, ਸਾਨੂੰ ਭਾਰਤੀਆਂ ਨੂੰ ਕੱਢ ਗੁਲਾਮੀ ਚੱਕਰਾਂ ਚੋਂ, ਆਪਣਾ ਆਪ ਲਟਾ ਕੇ ਜਿੰਦ ਸਾਡੀ ਛੁਡਵਾਈ। ਜਿਹੜੇ ਯਾਦ ਰੱਖਣਗੇ ਸਤਿਗੁਰ ਦੇ ਪੁਕਾਰਾਂ ਨੂੰ, ਜਿਹੜੇ ਯਾਦ ਰੱਖਣਗੇ ਸਤਿਗੁਰ ਦੇ ਪੁਕਾਰਾਂ ਨੂੰ, ਕਲਗੀਆਂ ਵਾਲੇ ਆ ਕੇ ਹੋਣਗੇ ਸਹਾਈ। ਪਰਮ ਸਤਿਕਾਰਯੋਗ ਸਨਮਾਨਯੋਗ ਜੁਗ ਜੁਗ ਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਮਿੱਠੀ ਗੋਦੀ ਦਾ ਸ਼ਿੰਗਾਰ ਅਤੇ ਹਾਜ਼ਰੀਆਂ ਭਰ ਰਹੀ ਸਮੁੱਚੀ ਸਾਧ ਸੰਗਤ ਜੀ ਬੜ ਭਾਗੇ ਆ ਜੋ ਸਵੇਰ ਅਤੇ ਦੁਪਹਿਰ ਵੇਲੇ ਦੇ ਦੀਵਾਨਾਂ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾ ਰਹੇ ਆ। ਹਰ ਜਸ ਸੁਣ ਕੇ ਤਨ ਮਨ ਧਨ ਨੂੰ ਸਫਲ ਬਣਾ ਰਹੇ ਆ, ਬੜ ਭਾਗੇ ਆ। ਹਾਜ਼ਰੀ ਲੱਗੀ ਹੋਈ ਆ, ਪ੍ਰਵਾਨ ਵੀ ਏ ਕਿਰਾਂ ਫੇਰ ਲੱਗ ਜਾਵੇ, ਕਿਰਾਂ ਫੇਰ ਰਸਨਾ ਪਵਿੱਤਰ ਹੋ ਜਾਵੇ। ਬੁਲਾਈਏ ਫਤਿਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਜਾਣ ਕੇ ਹਾਜ਼ਰ ਤੇ ਨਾਜ਼ਰ ਝੁਕਾਓ ਸੀਸ, ਪਿਆਰ ਸਹਿਤ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਜਪਾ ਜਾਪ ਸਮੁੱਚੀ ਸਾਧ ਸੰਗਤ ਵੱਲੋਂ ਪ੍ਰਾਰੰਭ ਸਨ, ਜਿਨ੍ਹਾਂ ਦੇ ਭੋਗ ਪਏ ਹਨ। ਉਪਰੰਤ ਦੀਵਾਨਾਂ ਦੇ ਵਿੱਚ ਖੁੱਲੇ ਪੰਡਾਲਾਂ ਦੇ ਵਿੱਚ ਦੀਵਾਨ ਸਜਾਏ ਜਾ ਰਹੇ ਹਨ। ਆਪ ਜੀ ਨੇ ਕੀਰਤਨ ਸੁਣਿਆ ਤੇ ਢਾਡੀ ਜਥਾ ਹਾਜ਼ਰ ਹੈ। ਸਮੁੱਚੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਆਪ ਜੀ ਨੂੰ ਪਤਾ ਹੀ ਆ ਕਿ ਦਾਸਾਂ ਨੇ ਅੱਜ ਇਸ ਟੂਰ ਦੀ ਅਖੀਰਲੀ ਹਾਜ਼ਰੀ ਇਸ ਸਟੇਜ ਦੇ ਉੱਤੇ ਭਰਨੀ ਆ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ। ਇਹ ਵੀ ਆਪ ਜੀ ਜਾਣਦੇ ਹੋ ਕਿ ਲਗਾਤਾਰ ਦਾਸ ਦਾ ਜਥਾ ਚੌਥੀ ਵਾਰ ਇਸ ਸਟੇਜ ਦੇ ਉੱਤੇ ਆ ਕੇ ਆਪ ਰੱਬ ਵਰਗੀਆਂ ਸਿੱਖ ਸੰਗਤਾਂ ਦੀ ਸੇਵਾ ਕਰ ਰਿਹਾ। ਸਨ 2000 ਵਿੱਚ ਆਏ ਸੀ, 2001 ਵਿੱਚ ਆਏ ਸੀ ਅਤੇ 2002 ਵਿੱਚ। ਉਦੋਂ ਬਾਅਦ ਫਿਰ ਟੋਰਾਂਟੋ, ਅਮਰੀਕਾ, ਇੰਗਲੈਂਡ, ਸਿੰਗਾਪੁਰ ਜਾਂਦੇ ਰਹੇ ਤੇ ਹੁਣ ਫਿਰ ਮੌਕਾ ਲੱਗਿਆ। ਸੋ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਸਵੇਰੇ ਤੇ ਸ਼ਾਮ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਦਾਸਾਂ ਦਾ ਬਹੁਤ ਸਹਿਯੋਗ ਦਿੱਤਾ, ਹੌਸਲਾ ਦਿੱਤਾ ਹੈ। ਤੇ ਆਪ ਜੀ ਨੇ ਸਾਧ ਸੰਗਤ ਜੀ ਹਰ ਇੱਕ ਪਾਸਿਓਂ ਹੌਸਲਾ ਦਿੱਤਾ, ਹੌਸਲਾ ਅਫਜ਼ਾਈ ਕੀਤੀ ਆ। ਤਹਿ ਦਿਲੋਂ ਧੰਨਵਾਦੀ ਰਵਾਂਗੇ। ਆਓ ਅੱਜ ਦੀ ਜੋ ਸਟੇਜ ਆ ਸਾਧ ਸੰਗਤ ਜੀ, ਪ੍ਰਸੰਗ ਵੀ ਭਾਵੇਂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਹੀ ਚੱਲ ਰਿਹਾ ਹੈ। ਉਹਨਾਂ ਦੇ ਜੀਵਨ ਦੇ ਵਿੱਚੋਂ ਇੱਕ ਨਿੱਕੀ ਜਿਹੀ ਝਲਕ ਕਹਿ ਜਾਣੀ ਆ। ਗੱਲ ਕਰਨੀ ਆ ਸਮੇਂ ਦੀ ਕਿ ਸਮਾਂ ਕੀ ਹੁੰਦਾ ਹੈ। ਸਮਾਂ ਸਾਧ ਸੰਗਤ ਜੀ ਬਹੁਤ ਵੱਡੀ ਚੀਜ਼ ਆ। ਦੁਨੀਆ ਦੇ ਵਿੱਚ ਸਭ ਤੋਂ ਵੱਡੀ ਚੀਜ਼ ਇਹ ਸਮਾਂ ਹੈ। ਨਾ ਤਾਂ ਇਹ ਰੁਕਦਾ ਹੈ, ਨਾ ਇਹ ਰੋਕਿਆ ਜਾ ਸਕਦਾ ਹੈ। ਬਹੁਤੇ ਲੋਕ ਸਮੇਂ ਦੇ ਪਿੱਛੇ ਪਿੱਛੇ ਭੱਜਦੇ ਨੇ, ਬਹੁਤੇ ਲੋਕ ਸਮੇਂ ਨੂੰ ਕੱਟਦੇ ਨੇ, ਪਰ ਸਮਾਂ ਨਹੀਂ ਰੁਕਦਾ। ਇਹ ਆਪਣੀ ਆਪ ਚੱਲਿਆ ਹੀ ਜਾ ਰਿਹਾ ਹੈ। ਸਭ ਤੋਂ ਲੰਮਾ ਵੀ ਸਮਾਂ ਹੈ, ਤੇਜ਼ ਵੀ ਸਮਾਂ ਹੈ ਤੇ ਸਭ ਤੋਂ ਹੌਲੀ ਵੀ ਸਮਾਂ ਹੈ। ਸਮਾਂ ਤੇਜ਼ ਕਿਹਨਾਂ ਲਈ ਹੈ? ਜਿਨ੍ਹਾਂ ਦਾ ਜੀਵਨ ਬੜੇ ਹੀ ਸੁੱਖਾਂ ਦੇ ਨਾਲ ਬਤੀਤ ਹੋ ਰਿਹਾ ਨਾ, ਉਹਨਾਂ ਦੇ ਲਈ ਇਹ ਸਮਾਂ ਬੜਾ ਤੇਜ਼ ਚੱਲ ਰਿਹਾ, ਪਤਾ ਹੀ ਨਹੀਂ ਲੱਗ ਰਿਹਾ ਕਦੋਂ ਲੰਘ ਜਾਂਦੇ ਨੇ ਜ਼ਿੰਦਗੀ ਦੇ 50, 60 ਜਾਂ 100 ਸਾਲ। ਜਿਨ੍ਹਾਂ ਲਈ ਸਾਧ ਸੰਗਤ ਜੀ ਸਮਾਂ ਤੇਜ਼ ਚੱਲ ਰਿਹਾ ਹੈ। ਅਤੇ ਜਿਨ੍ਹਾਂ ਲਈ ਹੌਲੀ ਆ ਉਹ ਕਿਹੜੇ ਲੋਕ ਹੋ ਜਾਂਦੇ ਨੇ? ਮਾਫ ਕਰਨਾ, ਕੋਈ ਬਿਮਾਰੀ ਨਾਲ ਰਿੜਕ ਰਿਹਾ ਹੈ, ਕੋਈ ਗਰੀਬੀ ਨਾਲ ਦਿਨ ਕੱਟ ਰਿਹਾ ਹੈ, ਕੋਈ ਕਿਸੇ ਗੱਲੋਂ ਪਰੇਸ਼ਾਨ ਹੈ, ਕੋਈ ਰਿੜਕ ਰਿਹਾ ਹੈ। ਉਹਨਾਂ ਦੇ ਲਈ ਇਹ ਸਮਾਂ ਬੜਾ ਹੌਲੀ ਹੌਲੀ ਬਤੀਤ ਹੋ ਰਿਹਾ ਹੈ। ਨਾ ਤਾਂ ਸਮਾਂ ਰੁਕਦਾ, ਨਾ ਇੱਕੋ ਜਿਹਾ ਰਹਿੰਦਾ ਹੈ। ਕੋਈ ਰਾਜਾ ਹੋਵੇ, ਭਗਤ ਹੋਵੇ, ਸੂਰਮਾ ਹੋਵੇ, ਦਾਨੀ ਹੋਵੇ, ਕਿੱਡਾ ਹੀ ਧਨਾੜ ਹੋਵੇ, ਮਾਫ ਕਰਨਾ, ਇੱਥੋਂ ਤੱਕ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਵਿੱਚ ਵੀ ਸਮਾਂ ਇੱਕੋ ਜਿਹਾ ਨਹੀਂ ਰਿਹਾ। ਪਰ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚ ਇੱਕ ਐਸਾ ਸਮਾਂ ਆਇਆ ਜਿਹੜਾ ਕਈ ਸਾਲਾਂ ਦਾ ਲੰਮਾ ਰਿਹਾ। ਸਮਾਂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਤੱਤੀਆਂ ਤਵੀਆਂ ਤੱਕ ਲੈ ਗਿਆ। ਸਮੇਂ ਨੇ ਪਰਖ ਕੀਤੀ, ਤੱਤੀਆਂ ਤਵੀਆਂ ਤੇ ਰਾੜ ਕੇ, ਸਾੜ ਕੇ, ਰੇਤਿਆਂ ਦੇ ਨਾਲ ਉਬਲਦੀਆਂ ਦੇਗਾਂ ਦੇ ਵਿੱਚ। ਉਦੋਂ ਬਾਅਦ ਫਿਰ 69-70 ਸਾਲ ਬਾਅਦ ਸਮਾਂ ਆਇਆ ਜਿਹੜਾ 9ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਦਿੱਲੀ ਵਿੱਚ ਲਿਜਾ ਕੇ ਪਰਖਦਾ। ਉਹ ਵੀ ਸਮਾਂ ਹੀ ਸੀ। ਨਾਲ 3 ਸਿੱਖਾਂ ਨੂੰ ਪਰਖਿਆ ਜਾਂਦਾ, ਮਤੀ ਦਾਸ, ਸਤੀ ਦਾਸ ਤੇ ਭਾਈ ਸਾਹਿਬ ਭਾਈ ਦਿਆਲਾ ਜੀ।
ਇਹ ਜਿਹੜਾ ਸਮਾਂ ਸੀ ਸਾਧ ਸੰਗਤ ਜੀ, ਇਹ 5 7 ਜਾਂ 10 ਦਿਨਾਂ ਦਾ ਸਮਾਂ ਸੀ। ਪਰ ਜਿਹੜਾ ਸਮਾਂ ਹਜੂਰ ਪਾਤਸ਼ਾਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਉੱਤੇ ਆਉਂਦਾ ਹੈ ਉਹ ਬੜਾ ਲੰਮਾ ਸੀ। ਆਪਾਂ ਨੇ ਤਰਤੀਬ ਬਾਰ ਉਹਨਾਂ ਦੀ ਕਾਫੀ ਲੰਮੇ ਸਮੇਂ ਤੋਂ ਜਿਹੜੀ ਗਾਥਾ ਉਹ ਪ੍ਰਾਰੰਭ ਕੀਤੀ ਹੋਈ ਆ ਕਿ ਨਿੱਕੀ ਜਿਹੀ ਉਮਰ ਦੇ ਵਿੱਚ ਯਤੀਮ ਹੋ ਜਾਣਾ ਕਿਤੇ ਕੋਈ ਛੋਟੀ ਗੱਲ ਨਹੀਂ ਸੀ। ਨਿੱਕੀ ਜਿਹੀ ਉਮਰ ਦੇ ਵਿੱਚ ਪੂਰੇ ਪੰਥ ਦੀਆਂ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਧਰਮ ਦੀਆਂ ਉਹਨਾਂ ਨੇ ਸਾਧ ਸੰਗਤ ਜੀ ਜ਼ਿੰਮੇਵਾਰੀਆਂ ਸੰਭਾਲੀਆਂ, ਕੋਈ ਛੋਟੀ ਗੱਲ ਨਹੀਂ ਸੀ। ਉਦੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਨੂੰ ਛੱਡਣਾ ਤੇ ਸਰਸਾ ਤੇ ਪਰਿਵਾਰ ਵਿਛੜ ਜਾਣਾ, ਚਮਕੌਰ ਦੀ ਕੱਚੀ ਗਲੀ ਦੇ ਵਿੱਚ ਦੋਵੇਂ ਪੁੱਤਰਾਂ ਨੂੰ ਹੱਸਦੇ ਹੱਸਦੇ ਤੋੜ ਦੇਣਾ। ਇਹ ਕਹਿਣਾ ਕਿ ਪੁੱਤਰਾ ਬੜੀ ਥਾਂ ਹੈ ਤੇਰੀ ਛਾਤੀ ਦੇ ਵਿੱਚ ਪੈਰੀ ਦੇ ਤੀਰ ਸਮਾਉਣ ਨੂੰ, ਕਿਤੇ ਛੋਟੀ ਗੱਲ ਸੀ। 4 ਪੁੱਤਰਾਂ ਦੇ ਵਿੱਚੋਂ ਇੱਕ ਅੱਖਾਂ ਦੇ ਸਾਹਮਣੇ ਸ਼ਹੀਦੀ ਪਾ ਜਾਂਦੇ ਨੇ ਤੇ ਦੂਸਰੇ ਜਿਹੜੇ ਬਾਕੀ ਨੇ ਹਨ ਉਹ ਕੀ ਕਹਿੰਦੇ ਹਨ, ਮੈਨੂੰ ਵੀ ਆਗਿਆ ਦਿਓ। ਛੋਟੀ ਗੱਲ ਨਹੀਂ ਸੀ। ਤੇ ਅੱਗੇ ਤੇ ਅੱਗੇ ਆ ਕੇ ਆਪ ਦੇਖਦੇ ਹੋ ਕਿ ਗੰਗਾ ਰਾਮ ਵਰਗੇ ਵੀ ਮੁਕਰੀ ਖਾ ਜਾਂਦੇ ਨੇ। ਪਿੱਛੇ ਜਾਨੋ ਪਿਆਰੇ ਸਿੰਘ ਉਹ ਵੀ ਬੇਦਾਵਾ ਦੇ ਕੇ ਚਲੇ ਜਾਂਦੇ ਨੇ। ਸਰਸਾ ਨੇ ਵੀ ਕੋਈ ਘੱਟ ਨਹੀਂ ਕੀਤੀ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲ। ਪਰ ਵੱਡੀ ਗੱਲ ਇਹ ਰਹੀ, ਕਿੰਨੀਆਂ ਹੀ ਮਹਾਰਾਜ ਜੀ ਦੇ ਉੱਤੇ ਦੁੱਖ ਤੇ ਮੁਸੀਬਤਾਂ ਆਈਆਂ, ਵੱਡੀ ਗੱਲ ਇਹੀ ਰਹੀ ਕਿ ਉਹਨਾਂ ਦੁੱਖਾਂ ਮੁਸੀਬਤਾਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਖਿੜੇ ਮੱਥੇ ਝੱਲਦੇ ਗਏ, ਖਿੜੇ ਮੱਥੇ ਝੱਲਦੇ ਗਏ। ਪਟਨਾ ਸਾਹਿਬ ਤੋਂ ਲੈ ਕੇ ਹਜੂਰ ਸਾਹਿਬ ਤੱਕ ਦਾ ਇੱਕ ਇੱਕ ਕਦਮ ਬੜਾ ਪੈਗਾਮ ਭਰਿਆ ਸੀ ਅਤੇ ਬੜਾ ਮਹਾਨ ਸੀ। ਕਿਤੇ ਦਾ ਕੋਈ ਗੱਲ ਲੱਭੇ ਕਿਤੇ ਥਿੜਕੇ ਡੋਲੇ ਜਾਂ ਘਬਰਾਏ ਹੋਣ ਨਹੀਂ। ਸਾਧ ਸੰਗਤ ਜੀ ਮਾਛੀਵਾੜੇ ਪਹੁੰਚੇ ਨੇ, ਜਿੱਥੇ ਨਿਹਾਲੇ ਖੱਤਰੀ ਦੀ ਮਾਤਾ ਵੱਲੋਂ ਇੱਕ ਥਾਨ ਖੱਦਰ ਦਾ ਭੇਟ ਕੀਤਾ ਜਾਂਦਾ, ਨੀਲੇ ਰੰਗ ਦਾ ਰੰਗਵਾ ਕੇ ਮਹਾਰਾਜ ਚੋਗੇ ਸਵਾ ਲੈਂਦੇ ਨੇ, ਨਾਲ ਆਪਣੇ ਸਿੱਖਾਂ ਨੂੰ ਤੇ ਆਪ ਪਹਿਨਦੇ ਨੇ। ਉੱਥੋਂ ਉੱਚ ਦਾ ਪੀਰ ਬਣ ਕੇ ਤੁਰ ਪੈਂਦੇ ਨੇ। ਉੱਚ ਦੇ ਪੀਰ ਗਨੀ ਖਾਨ ਨਵੀ ਖਾਨ ਨੇ ਅੱਗੋਂ ਪਾਲਕੀ ਲਈ ਹੈ, ਧਰਮ ਸਿੰਘ ਤੇ ਮਾਨ ਸਿੰਘ ਨੇ ਪਿੱਛੋਂ ਅਤੇ ਦਇਆ ਸਿੰਘ ਨੇ ਮੋਰਾਂ ਦੇ ਖੰਭਾਂ ਦਾ ਚੌਰ ਲਿਆ ਤੇ ਉਹ ਚੌਰ ਕਰਦੇ ਜਾ ਰਹੇ ਨੇ। ਉੱਚ ਰਿਆਸਤਿਕ ਸ਼ਰੀਫ, ਇਹ ਸ਼ਰੀਫ ਆ ਸਾਧ ਸੰਗਤ ਜੀ, ਉੱਚ ਸ਼ਰੀਫ ਆਖਿਆ ਜਾਂਦਾ ਜਿਸ ਨੂੰ ਰਿਆਸਤ ਹੈ ਇੱਕ ਬਹਾਵਲਪੁਰ ਦੇ ਵਿੱਚ। ਉੱਥੇ ਪੀਰਾਂ ਤੇ ਫਕੀਰਾਂ ਦੀ ਬੜੀ ਵੱਡੀ ਰਿਹਾਇਸ਼ ਗਾਹ ਏ, ਵੱਡੇ ਤੋਂ ਵੱਡੇ ਛੋਟੇ ਤੋਂ ਛੋਟੇ ਪੀਰ ਫਕੀਰ ਉੱਥੇ ਰਿਹਾ ਕਰਦੇ ਸਨ। ਉਹ ਰੂਪ ਬਣਾਇਆ ਮਹਾਰਾਜ ਜੀ ਨੇ। ਲਾਲ ਕਲਾਂ ਜਾਂਦੇ ਨੇ, ਜਿੱਥੇ ਇੱਕ ਆਫੀਸਰ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਪਹਿਚਾਣ ਕਰਨੀ ਚਾਹੁੰਦਾ ਏ ਤੇ ਗਨੀ ਖਾਨ ਨਵੀ ਖਾਨ ਵੱਲੋਂ ਦੱਸਿਆ ਜਾਂਦਾ ਹੈ ਕਿ ਉੱਚ ਦੇ ਪੀਰ ਨੇ ਉਹਦੀ ਤਸੱਲੀ ਨਹੀਂ ਹੁੰਦੀ। ਫਿਰ ਪੀਰ ਮੁਹੰਮਦ ਨੂਰਦੀਨ ਕਾਜੀ ਨੂੰ ਬੁਲਾਇਆ ਜਾਂਦਾ। ਉਹ ਕਹਿਣ ਲੱਗੇ ਪੀਰਾਂ ਦੇ ਪੀਰ ਨਹੀਂ, ਇਹ ਤਾਂ ਉੱਚ ਦੇ ਪੀਰਾਂ ਦੇ ਵੀ ਪੀਰ ਨੇ। ਚੰਗਾ ਹੋਇਆ ਤੁਹਾਨੂੰ ਇਹਨਾਂ ਨੇ ਕੋਈ ਦੋਰਸੀਸ ਬਦਦੁਆ ਨਹੀਂ ਦੇ ਦਿੱਤੀ, ਤੁਹਾਡੀ ਕਿਸਮਤ ਚੰਗੀ ਹੈ, ਇਹਨਾਂ ਨੂੰ ਰੋਕਣਾ ਗੁਨਾਹ ਹੈ, ਜਾਣ ਦਿਓ। ਉਹਨੇ ਅਸੀਸ ਝੁਕਾਇਆ ਤੇ ਮਹਾਰਾਜ ਜੀ ਨੂੰ ਜਾਣ ਦੇ ਦਿੱਤਾ ਜਾਂਦਾ। ਅੱਗੇ ਕਲੇਜ ਪਹੁੰਚਦੇ ਨੇ, ਗੱਲ ਸਮੇਂ ਦੀ ਕਰ ਰਹੇ ਹਾਂ, ਸਮਾਂ ਕੀ ਹੁੰਦਾ ਹੈ। ਫੱਤਾ ਜਿਹੜਾ ਨੰਬਰਦਾਰ ਆ ਮਹਾਰਾਜ ਜੀ ਦਾ ਕਦੇ ਸ਼ਰਧਾਲੂ ਰਿਹਾ, ਹਾਜ਼ਰ ਹੋਇਆ, ਪੁੱਛੀ ਸੇਵਾ, ਮਹਾਰਾਜ ਕੋਈ ਸੇਵਾ। ਸਤਿਗੁਰੂ ਕਹਿਣ ਲੱਗੇ ਭਾਈ ਅਗਲੇ ਪਿੰਡ ਹੇਹਰ ਤੋਂ ਤੇਰੀ ਘੋੜੀ ਵਾਪਸ ਕਰ ਦਿਆਂਗੇ, ਸਾਨੂੰ ਘੋੜੀ ਚਾਹੀਦੀ ਹੈ। ਉਹ ਕੰਬ ਗਿਆ ਕਿਉਂਕਿ ਮਹਾਰਾਜ ਜੀ ਦੇ ਉੱਤੇ ਹੁਣ ਕਿਹੋ ਜਿਹੇ ਹਾਲਾਤ, ਸਮਾਂ ਕਿਹੋ ਜਿਹਾ ਚੱਲ ਰਿਹਾ ਏ। ਮੈਂ ਸਮੇਂ ਦੀ ਸਰਕਾਰ ਨਾਲ ਬਖੇੜਾ ਝਗੜਾ ਕਰਕੇ ਐਵੇਂ ਕਾਹਨੂੰ ਆਪਣੇ ਗੱਲ ਵਿਪਤਾ ਪਾਵਾਂ। ਉਹਨੇ ਆਖਿਆ ਮਹਾਰਾਜ ਬਸ਼ੇਰੀ ਘਰੇ ਆ, ਘੋੜੀ ਤਾਂ ਕਿਤੇ ਬਾਹਰ ਗਈ ਹੋਈ ਆ। ਮਹਾਰਾਜ ਕਹਿਣ ਲੱਗੇ ਫਤਿਆ ਐ ਨਾ ਕਰ, ਅਸੀਂ ਅਗਲੇ ਪਿੰਡੋਂ ਮੋੜ ਦੇਣੀ ਆ। ਪਰ ਉਹ ਡਰ ਗਿਆ ਤੇ ਸਿਰ ਕੋ ਡੋਲ ਗਿਆ। ਫੇਰ ਇੱਕੋ ਹੀ ਗੱਲ ਆਖੀ ਜਾ ਰਿਹਾ ਕਿ ਮਹਾਰਾਜ ਬਸ਼ੇਰੀ ਘਰੇ ਆ, ਘੋੜੀ ਘਰ ਨਹੀਂ ਕਿਤੇ ਗਈ ਹੋਈ ਆ। ਮਹਾਰਾਜ ਕਹਿਣ ਲੱਗੇ ਫੇਰ ਹੋਣੀ ਹੋ ਨਹੀਂ ਭਾਈ, ਸ਼ਬਦ ਸੱਚ ਹੁੰਦਾ। ਮਹਾਰਾਜ ਜੀ ਦਾ ਘਰ ਜਾ ਕੇ ਦੇਖਦਾ ਘੋੜੀ ਸੱਪ ਲੜ ਕੇ ਮਰ ਜਾਂਦੀ ਆ। ਇਤਿਹਾਸ ਵਿੱਚ ਇੱਥੋਂ ਤੱਕ ਵੀ ਲਿਖਿਆ ਮਿਲਦਾ ਕਿ ਅਗਲੇ ਦਿਨ ਇਹ ਜਿਹੜਾ ਫੱਤਾ ਨੰਬਰਦਾਰ ਹੁੰਦਾ ਉਹ ਵੀ ਚੜਾਈ ਕਰ ਜਾਂਦਾ ਹੈ। ਉੱਥੋਂ ਚੱਲ ਕੇ ਗੁਰੂ ਮਹਾਰਾਜ ਜੀ ਹੇਹਰ ਪਹੁੰਚੇ ਨੇ, ਕਿਰਪਾਲ ਦਾਸ ਉਦਾਸੀ ਦੇ ਪਿੰਡ। ਇਹ ਉਹੀ ਆ ਜਿਹਨੇ ਭੰਗਾਣੀ ਦੇ ਜੰਗ ਦੇ ਵਿੱਚ ਨਾ ਤਲਵਾਰ ਉਠਾਈ, ਨਾ ਨੇਜਾ, ਨਾ ਢਾਲ, ਇੱਕ ਸੋਟਾ ਲੈ ਕੇ ਮੋਟਾ ਸਾਰਾ ਕੁੱਤਕਾ, ਉਹਦੇ ਨਾਲ ਪਠਾਣਾ ਦੀ ਕਢਾਈ ਕੀਤੀ ਸੀ। ਐਡਾ ਵੱਡਾ ਸ਼ਰਧਾਲੂ ਸੀ। ਜਦੋਂ ਦੇਖਿਆ ਨੇ ਪਠਾਨ ਆਉਂਦਾ ਮਹਾਰਾਜ ਜੀ ਦੇ ਵਿਰੁੱਧ ਅੱਗ ਉਂਗਲਦਾ, ਅੱਖਾਂ ਖੋਲ ਕੇ ਛੱਡ ਕੇ ਮਾਲਾ ਆਖਿਆ ਮਹਾਰਾਜ ਕੀ ਹੁਕਮ ਹੈ ਦਾਸ ਨੂੰ। ਸੱਚੇ ਪਾਤਸ਼ਾਹ ਮੈਨੂੰ ਹੁਕਮ ਕੀ ਹੈ। ਅੱਗੋਂ ਹਾਂ ਜਾਂ ਨਾ ਪੁੱਛੀ ਵੀ ਨਹੀਂ, ਜਾ ਕੇ ਉਹਦੇ ਨਾਲ ਟੱਕਰ ਜਾਂਦਾ ਹੈ। ਇਹ ਬੜਾ ਸ਼ਰਧਾਲੂ ਸੀ ਮਹਾਰਾਜ ਦਾ। 500 ਉਦਾਸੀ ਸਨ ਜਦੋਂ ਲੜਾਈ ਹੋਣੀ ਸੀ ਭੰਗਾਣੀ ਦੇ ਜੰਗ ਵਿੱਚ, 499 ਭੱਜ ਕੇ ਇਕੱਲਾ ਹੀ ਰਹਿ ਗਿਆ ਸੀ। ਮਹਾਰਾਜ ਕਹਿਣ ਲੱਗੇ ਕਿਰਪਾਲ ਉਦਾਸੀਆਂ ਦੀ ਜੜ ਰੱਖ ਲਈਏ, ਹੁਣ ਲੜਨ ਦੇ ਲਈ ਤਿਆਰ ਹੋ ਜਾਏ। ਉਹੀ ਆ, ਉਹ ਵੀ ਸਮਾਂ ਸੀ ਜਿਹੜਾ ਇਕੱਲਾ ਹੀ ਲੜਨ ਦੇ ਲਈ ਤਿਆਰ ਹੋ ਗਿਆ ਤੇ ਅੱਜ ਵੀ ਸਮਾਂ ਹੇਹਰ ਇਹਦੇ ਕੋਲ ਪਹੁੰਚੇ ਨੇ ਮਹਾਰਾਜ। ਇਹ ਵੀ ਦੇਖਦਾ ਕਿ ਹੁਣ ਮਹਾਰਾਜ ਜੀ ਦਾ ਜਿਹੜਾ ਕਿਹੋ ਜਿਹਾ ਸਮਾਂ ਚੱਲ ਰਿਹਾ ਹੈ। ਇੱਕ ਰਾਤ ਤਾਂ ਭਾਵੇਂ ਮਹਾਰਾਜ ਜੀ ਨੂੰ ਉੱਥੇ ਕਟਾਉਂਦਾ ਆਪਣੇ ਡੇਰੇ ਦੇ ਵਿੱਚ ਤੇ ਅਗਲੀ ਸਵੇਰ ਹੱਥ ਬੰਨ ਦਿੰਦਾ ਕਿ ਮਹਾਰਾਜ ਤੁਹਾਡੇ ਅੱਗੇ ਬੜੇ ਸ਼ਰਧਾਲੂ ਨੇ ਜਿਹੜੇ ਤੁਹਾਨੂੰ ਉਡੀਕ ਰਹੇ ਨੇ, ਮਾਫ ਕਰਨਾ ਤੇ ਆਪ ਅੱਗੇ ਲੰਮੇ ਜੱਟ ਪਰੇ ਚਲੇ ਜਾਓ। ਮਹਾਰਾਜ ਜੀ ਹਾਲਾਤਾਂ ਦੇ ਨਾਲ ਸਮਝੌਤਾ ਕਰਦੇ ਜਾ ਰਹੇ ਹਨ ਤੇ ਸਮੇਂ ਦੀ ਨਜਾਕਤ ਨੂੰ ਅਗਾਂਹ ਹੀ ਅਗਾਂਹ
ਤੇ ਉੱਥੋਂ ਚੱਲ ਕੇ ਆਪ ਜੀ ਆਲਮਗੀਰ ਪਹੁੰਚਦੇ ਆ, ਜਿੱਥੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਭਰਾ ਭਾਈ ਨਗਾਈਆ ਸਿੰਘ ਜੀ ਇਹ ਮਹਾਰਾਜ ਜੀ ਨੂੰ ਘੋੜਾ ਭੇਟ ਕਰਦੇ ਨੇ। ਆਲਮਗੀਰ ਦੀ ਧਰਤੀ ਗੁਰਦੁਆਰਾ ਬੜਾ ਮਸ਼ਹੂਰ ਆ, ਆਪ ਜਾਣਦੇ ਹੋ। ਉੱਥੋਂ ਅੱਗੇ ਰਾਏ ਕੱਲੇ ਤੇ ਜਿੱਥੇ ਸੀਲੋਆਣੀ ਤੋਂ ਲੰਬੇ ਜੱਟਪੁਰੇ ਨੂੰ ਆ ਹੁੰਦੇ ਹਨ, ਉੱਥੇ ਆ ਕੇ ਰਾਏ ਕੱਲਾ ਮਿਲਦਾ। ਮਹਾਰਾਜ ਨੂੰ ਪੁੱਛਦਾ ਸੱਚੇ ਪਾਤਸ਼ਾਹ, ਪਛਾਣ ਕੇ ਹਾਲਾਤਾਂ ਬਾਰੇ ਸਾਰਾ ਕੁਝ ਦੱਸਦੇ ਨੇ। ਮਹਾਰਾਜ ਬੜਾ ਅਫਸੋਸ ਕਰਦਾ, ਸਮੇਂ ਦੀ ਸਰਕਾਰ ਨੂੰ ਲਾਹਣਤਾਂ ਪਾਉਂਦਾ ਏ ਅਤੇ ਸੇਵਾ ਪੁੱਛਦਾ। ਮਹਾਰਾਜ ਕਹਿਣ ਲੱਗੇ ਉੜਦੀਆਂ ਉੜਦੀਆਂ ਖਬਰਾਂ ਆਈਆਂ, ਸਰਹੰਦ ਤੋਂ ਛੋਟੇ ਬੱਚਿਆਂ ਦੀ ਖਬਰ ਚਾਹੀਦੀ ਆ, ਕੋਈ ਭਰੋਸੇਯੋਗ ਬੰਦਾ ਭੇਜ। ਉਹਨੇ ਆਪਣਾ ਨੌਕਰ ਨੂਰਾ ਮਾਹੀ ਭੇਜਿਆ, ਉਹਦੀ ਭੈਣ ਨੂਰਾ ਵਿਆਹੀ ਹੋਈ ਸੀ ਸਰਹੰਦ। ਉਹਨੂੰ ਆ ਕੇ ਪੁੱਛਿਆ, ਉਹਨੇ ਰੋ ਰੋ ਕੇ ਦੱਸਿਆ ਤੇ ਮਹਾਰਾਜ ਜੀ ਨਾਲੇ ਗਾਥਾ ਸੁਣਦੇ ਗਏ। ਇਤਿਹਾਸ ਕਹਿੰਦਾ ਨਾਲੇ ਕਾਹੀ ਦਾ ਬੂਟਾ ਤੀਰ ਦੀ ਮੁਖੀ ਨਾਲ ਖਰੋਦਦੇ ਗਏ। ਜਦੋਂ ਸ਼ਹੀਦੀ ਦੀ ਗਾਥਾ ਸਮਾਪਤ ਹੋਈ, ਉਧਰੋਂ ਕਾਹੀ ਦਾ ਬੂਟਾ ਬਾਹਰ ਆ ਗਿਆ। ਮਹਾਰਾਜ ਜੀ ਨੇ ਕਹਿ ਦਿੱਤਾ ਅੱਜ ਤੋਂ ਮੁਗਲ ਰਾਜ ਦੀ ਜੜ ਪੁੱਟੀ ਗਈ। ਲਾਈ ਵੀ ਗੁਰੂ ਨਾਨਕ ਦੀ ਗੱਦੀ ਨੇ, ਉਹ ਆਪ ਜੀ ਨੇ ਬਾਬਰ ਦੇ ਪ੍ਰਸੰਗ ਦੇ ਵਿੱਚ ਸਾਰਾ ਕੁਝ ਸੁਣਿਆ ਲੜੀਵਾਰ ਦੇ ਵਿੱਚ, ਤੇ ਪੱਟੀ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਘਰ ਨੇ। ਤੇ ਕਹਿ ਦਿੱਤਾ ਸੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿ ਬਾਬਰ ਬਾਦਸ਼ਾਹ ਧਿਆਨ ਰੱਖੀ ਇੱਕ ਗੱਲ ਦਾ, ਇਹ ਰਾਜ ਭਾਗ ਉਦੋਂ ਤੱਕ ਬਰਕਰਾਰ ਰਹਿਣਾ ਜਦੋਂ ਤੱਕ ਤੂੰ ਜਾਂ ਤੇਰੀ ਔਲਾਦ ਨਿਆਂ ਦੀ ਤਲਵਾਰ ਫੜ ਕੇ ਰਾਜ ਕਰੋਗੇ। ਜਦੋਂ ਕੋਈ ਅਨਿਆਈ ਜੰਮਿਆ ਆ, ਖੇਲ ਖਤਮ ਹੋ ਜਾਵੇਗੀ। ਬਸ ਫਿਰ ਬਾਬਰ ਬੰਸ ਦੇ ਕਿਸੇ ਚੰਦਰੇ ਦੇ ਨਾ ਔਰੰਗਜ਼ੇਬ ਦਾ ਜਨਮ ਹੁੰਦਾ ਹੈ, ਜਿਹੜਾ ਇਸ ਘਰਾਣੇ ਦਾ ਸਰਬਨਾਸ਼ ਕਰਵਾ ਕੇ ਦਮ ਲੈਂਦਾ ਹੈ। ਉੱਥੋਂ ਮਹਾਰਾਜ ਜੀ ਨੇ ਆਪਣੇ ਜੀਵਨ ਦਾ 14ਵਾਂ ਜੰਗ ਲੜਿਆ ਮੁਕਤਸਰ, ਤੇ ਮੁਕਤਸਰ ਤੋਂ ਚੱਲ ਕੇ ਆਪ ਜੀ ਪਹਿਲਾ ਪੜਾਅ ਕਰਦੇ ਆ ਨਾਗੇ ਦੀ ਸਰਾਂ ਵਿਖੇ। ਨਥੇਹ, ਬਜੀਤਪੁਰ, ਕਾਲਚ ਰਾਣੀ, ਰਪੇੜੇ ਤੇ ਚੱਲਦੇ ਚੱਲਦੇ ਰਪਾਣੇ ਤੋਂ ਪਹੁੰਚ ਜਾਂਦੇ ਨੇ ਕਿੱਥੇ? ਛੱਤੇਆਣੇ ਦੀ ਧਰਤੀ ਦੇ ਉੱਤੇ। ਛੱਤੇਆਣੇ ਦੀ ਧਰਤੀ ਦੇ ਉੱਤੇ ਮਹਾਰਾਜ ਜੀ ਦੇ ਨਾਲ 1400 ਬਰਾੜ ਭਰਤੀ ਨੇ। ਕੁਝ ਤਾਂ ਇੰਜ ਪਿਆਰ ਵਾਲੇ ਅਤੇ ਵਿੱਚ ਨਾਲ ਬਹੁਤੇ ਤਨਖਾਹਾਂ ਵਾਲੇ ਨੇ। ਕਿੰਨਾ ਲੰਮਾ ਸਮਾਂ ਹੋ ਗਿਆ ਜਦੋਂ ਚਮਕੌਰ ਤੋਂ ਸਤਿਗੁਰੂ ਨਿਕਲੇ ਸਨ, ਭਾਵੇਂ ਨਾਲ 3 ਸਿੱਖ ਸੀ ਪਰ ਇਕੱਲੇ ਰਹਿ ਗਏ ਸੀ। 20-25 ਕਿਲੋਮੀਟਰ ਅਗਾਂਹ ਆ ਕੇ ਮਾਛੀਵਾੜੇ ਤੇ ਹਜ਼ੂਰ ਪਾਤਸ਼ਾਹ ਨੂੰ ਸਿੱਖ ਮਿਲ ਜਾਂਦੇ ਨੇ। ਅੱਗੇ ਗਨੀ ਖਾਂ, ਨਬੀ ਖਾਂ, ਗਲਾਬਾ ਪੰਜਾਬਾ ਤੇ ਸਿੱਖ ਨਾਲ ਜੁੜਦੇ ਜਾਂਦੇ ਨੇ। ਮੁਕਤਸਰ ਦੀ ਢਾਬ ਤੋਂ ਪਹਿਲਾਂ ਬਹੁਤ ਸਾਰੇ ਬਰਾੜ ਮਹਾਰਾਜ ਜੀ ਨੇ ਭਰਤੀ ਕਰ ਲਏ ਸੀ, ਪਰ ਕਿੰਨਾ ਲੰਮਾ ਸਮਾਂ ਹੋ ਗਿਆ ਸੀ ਕਿ ਉਹਨਾਂ ਦੀਆਂ ਤਨਖਾਹਾਂ ਨਹੀਂ ਸੀ ਦੇ ਹੋਈਆਂ। ਜਦੋਂ ਤਨਖਾਹਾਂ ਨਹੀਂ ਦੇਈ ਹੋਈਆਂ ਤਾਂ ਉਹਨਾਂ ਨੇ ਕਈ ਵਾਰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਡੀ ਤਨਖਾਹ ਦਿਓ, ਤਨਖਾਹ ਦਿਓ। ਮਹਾਰਾਜ ਜੀ ਕਹਿਣ ਲੱਗੇ ਭਾਈ ਕਿਤੇ ਬੈਠਾਂਗੇ, ਲੰਮਾ ਸਮਾਂ ਸੰਗਤ ਆਵੇਗੀ, ਚੜਾਵਾ ਚੜੇਗਾ ਤੇ ਚੜਾਵੇ ਚੋਂ ਤਨਖਾਹਾਂ ਦੇਣੀਆਂ ਨਾ ਦਵਾਂਗੇ ਜ਼ਰੂਰ। ਮਹਾਰਾਜ ਜੀ ਹੁਣ ਛੱਤੇਆਣੇ ਤੋਂ ਤੁਰਨ ਲੱਗੇ ਨੇ ਤੇ ਕਮਲਿਆਂ ਨੇ ਉੱਠ ਕੇ ਗੁਰੂ ਮਹਾਰਾਜ ਜੀ ਦੇ ਘੋੜੇ ਦੀ ਲਗਾਮ ਫੜ ਲਈ। ਆਖਿਆ ਸੱਚੇ ਪਾਤਸ਼ਾਹ ਇੱਥੋਂ ਤੁਸੀਂ ਉਨੀ ਦੇਰ ਅਗਾਂਹ ਨਹੀਂ ਜਾ ਸਕਦੇ ਜਿੰਨੀ ਦੇਰ ਸਾਡੀ ਤਨਖਾਹ ਨਹੀਂ ਮਿਲਦੀ। ਜਿਵੇਂ ਉਹਨਾਂ ਨੇ ਮਹਾਰਾਜ ਜੀ ਨੂੰ ਆਖਿਆ, ਸੁਣਿਓ ਜਰਾ।
ਵੀ ਸਮਾਂ ਸੀ ਜਦੋਂ ਇੱਕ ਇੱਕ ਕਵੀ ਨੂੰ ਹਜ਼ੂਰ ਪਾਤਸ਼ਾਹ 60-60 ਹਜ਼ਾਰ ਰੁਪਇਆ ਦੇ ਦਿਆ ਕਰਦੇ ਸਨ ਉਹਨਾਂ ਸਮਿਆਂ ਦੇ ਵਿੱਚ। 60 ਹਜ਼ਾਰ ਰੁਪਇਆ ਹੰਸ ਰਾਮ ਨੂੰ ਇੰਨਾ ਕੁ ਧਨ ਦਿੱਤਾ ਕਵਿਤਾਵਾਂ ਰਚਨ ਕਰਕੇ, ਉਦੋਂ ਲਿਜਾ ਨਹੀਂ ਹੋਇਆ, ਉਹਨੂੰ ਹਾਥੀ ਊਠ ਘੋੜਿਆਂ ਤੇ ਲਿਜਾਣਾ ਪਿਆ ਸੀ। ਜਦੋਂ ਬਾਈ ਧਾਰ ਜੀ ਲੰਘਿਆ ਉਹ ਤਲਵਾਰਾਂ ਲੈ ਕੇ ਖੜ ਗਿਆ ਵੀ ਸ਼ਾਇਦ ਸਾਡੇ ਤੇ ਕੋਈ ਹਮਲਾ ਕਰਨ ਆ ਰਿਹਾ। ਉਹਨੇ ਫਿਰ ਚਿੱਠੀ ਲਿਖੀ ਸਾਰਿਆਂ ਨੂੰ, ਕਹਿੰਦਾ ਮੈਂ ਕੋਈ ਹਮਲਾਵਰ ਨਹੀਂ, ਮੈਂ ਤਾਂ ਗੁਰੂ ਘਰ ਦਾ ਕਵੀ ਆ, ਇੰਨਾ ਧਨ ਦਿੱਤਾ ਮਹਾਰਾਜ ਨੇ, ਹਾਥੀ ਊਠਾਂ ਤੋਂ ਬਿਨਾਂ ਲੱਦ ਕੇ ਮੈਂ ਲਿਜਾਏ ਨਹੀਂ ਸੀ ਸਕਦਾ। ਉਹ ਵੀ ਸਮਾਂ ਸੀ ਮਹਾਰਾਜ ਜੀ ਦਾ। ਹੀਰੇ ਮੋਤੀ ਕਦੇ ਵੰਡਿਆ ਕਰਦੇ ਸਨ, ਸੁੱਤੇ ਪਿਆਂ ਦੇ ਸਰਾਣੇ ਸੋਨੇ ਦੀਆਂ ਮੋਹਰਾਂ ਰੱਖ ਜਾਣੀਆਂ। ਤੇ ਬੜੀਆਂ ਸਾਖੀਆਂ ਝਲਕੀਆਂ ਹਿਸਟਰੀਆਂ ਆਪ ਜੀ ਨੇ ਸੁਣੀਆਂ ਨੇ, ਬਹੁਤ ਸਾਰੀਆਂ ਗੁਮਨਾਮ ਵੀ ਰਹਿ ਗਈਆਂ, ਸਮੇਂ ਦੀ ਸ਼ਾਰਟੇਜ ਰਹਿ ਗਈ ਸਾਡੇ ਕੋਲ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੀਆਂ ਅਸੀਂ ਕੇਵਲ 2 ਜੰਗਾਂ ਬੋਲ ਸਕੇ ਹਾਂ 14 ਦੇ ਵਿੱਚੋਂ, 12 ਜੰਗਾਂ ਜੇ ਬਾਕੀ ਹਨ। ਹੋਰ ਬਹੁਤ ਸਾਰਾ ਮੈਟਰ ਜਿਹੜਾ ਆਨੰਦਪੁਰ ਸਾਹਿਬ ਦਾ ਕਹਿ ਨਹੀਂ ਹੋਇਆ, ਕਦੇ ਫਿਰ ਸਮਾਂ ਮਿਲਿਆ ਕਹਿਣ ਦਾ ਯਤਨ ਕਰਾਂਗੇ। ਸੋ ਹੁਣ ਬਰਾੜਾ ਨੇ ਜਦੋਂ ਮਹਾਰਾਜ ਜੀ ਛੱਤੇ ਆਣੇ ਤੋਂ ਅਗਾਂਹ ਤੁਰਨ ਲੱਗੇ, ਘੋੜੇ ਦੀ ਲਗਾਮ ਫੜ ਲਈ ਸਿੱਧੀ ਉੱਠ ਕੇ, ਕਿੱਡੀ ਗਲਤੀ ਕੀਤੀ ਆ। ਤੇ ਸਾਧ ਸੰਗਤ ਜੀ ਜਦੋਂ ਲਗਾਮ ਫੜ ਲਈ, ਮਹਾਰਾਜ ਕਹਿਣ ਲੱਗੇ ਭਾਈ ਇਹ ਕਿਆ? ਕਹਿਣ ਲੱਗੇ ਸੱਚੇ ਪਾਤਸ਼ਾਹ ਇੱਥੋਂ ਜਿਹੜਾ ਅਗਲਾ ਇਲਾਕਾ ਉਹ ਸਾਡਾ ਨਹੀਂ, ਡੱਲੇ ਦਾ, ਅਸੀਂ ਉਹ ਇਲਾਕੇ ਵਿੱਚ ਜਾ ਨਹੀਂ ਸਕਦੇ। ਜੇ ਗਏ ਤਾਂ ਸਾਡੀ ਉਹਦੇ ਨਾਲ ਖਾਮਖਾ ਵਿਗੜੇਗੀ, ਅਸੀਂ ਨਹੀਂ ਵਿਗਾੜਨੀ। ਅਸੀਂ ਬਹੁਤ ਵਾਰ ਤੁਹਾਨੂੰ ਬੇਨਤੀ ਕਰ ਚੁੱਕੇ ਹਾਂ, ਇੱਥੋਂ ਹੁਣ ਤੁਸੀਂ ਤਾਂ ਹੀ ਜਾ ਸਕਦੇ ਹੋ, ਅੱਗੇ ਪਹਿਲਾਂ ਸਾਡੀ ਤਨਖਾਹ ਦੇ ਕੇ ਜਾਓ। ਮਹਾਰਾਜ ਕਹਿਣ ਲੱਗੇ ਪਿਆਰਿਓ ਕਮਾਲ ਕਰਦੇ ਹੋ, ਤੁਹਾਨੂੰ ਵੀ ਪਤਾ ਕਿ ਸਾਡੇ ਨਾਲ ਤਾਂ ਤੁਸੀਂ ਹੋ, ਇੱਥੇ ਕਿਹੜਾ ਆਪਾਂ ਬਹੁਤ ਲੰਮਾ ਸਮਾਂ ਬੈਠੇ ਆ ਵੀ ਜਿਹੜੇ ਇੱਥੇ ਸਿੱਖ ਸੰਗਤ ਆਈ ਚੜਾਵਾ ਚੜ ਗਿਆ ਤੇ ਅਸੀਂ ਤਾਂ ਚੜਾਵੇ ਵਿੱਚੋਂ ਹੀ ਤੁਹਾਨੂੰ ਤਨਖਾਹਾਂ ਵਗੈਰਾ ਦੇਣੀਆਂ, ਘਬਰਾਓ ਨਾ। ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ, ਇੰਨਾ ਲੰਮਾ ਸਮਾਂ ਤੁਸੀਂ ਕੱਟਿਆ। ਸਾਨੂੰ ਵੀ ਪਤਾ ਕਿ ਘਰ ਵਾਲਿਆਂ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਆ ਤੇ ਪੈਸੇ ਲਈ ਤੁਸੀਂ ਇਹ ਫੌਜ ਵਿੱਚ ਭਰਤੀ ਹੋਏ ਹੋ ਤੇ ਬੜੇ ਪਿਆਰ ਵਾਲੇ ਵੀ ਨੇ ਵਿੱਚ, ਪਰ ਕੁਝ ਕੁ ਸਮਾਂ ਇੰਤਜ਼ਾਰ ਕਰੋ, ਤੁਹਾਡਾ ਪਾਈ ਦਾ ਹਿਸਾਬ ਤਾਂ ਕਰਨਾ ਹੀ ਕਰਨਾ ਤੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਹਾਨੂੰ ਹੋਰ ਵੀ ਖੁੱਲੇ ਗੱਫੇ ਦਿੱਤੇ ਜਾਣਗੇ। ਪਰ ਸਾਧ ਸੰਗਤ ਜੀ ਉਹ ਨਾ ਮੰਨੇ, ਕਹਿਣ ਲੱਗੇ ਨਹੀਂ ਮਹਾਰਾਜ ਇਹ ਗੱਲ ਤਾਂ ਤੁਸੀਂ ਸਾਨੂੰ ਕਈ ਵਾਰ ਪਹਿਲਾਂ ਵੀ ਕਹਿ ਚੁੱਕੇ ਹੋ ਕਿ ਭਾਈ ਤੁਹਾਡੀ ਤਨਖਾਹ ਦਵਾਂਗੇ, ਆਖਰ ਮਹਾਰਾਜ ਦੇਣੀ ਕਦੋਂ ਆ? ਅੱਜ ਨਹੀਂ ਤੁਸੀਂ ਉਨੀ ਦੇਰ ਜਾ ਸਕਦੇ, ਪਹਿਲਾਂ ਸਾਨੂੰ ਸਾਡੀ ਤਨਖਾਹ ਚਾਹੀਦੀ ਆ। ਇਹ ਨਗਰ ਛੱਤੇਆਣੇ ਦੀ ਗੱਲ ਹੈ ਜਿੱਥੇ ਅੱਜ ਕੱਲ ਗੁਰਦੁਆਰਾ ਗੁਪਤਸਰ ਸਾਹਿਬ ਬਣਿਆ ਹੋਇਆ। ਕਿਵੇਂ ਬਣਿਆ ਉਹਦਾ ਨਾਮ ਗੁਪਤਸਰ ਕਿਵੇਂ ਪੈਂਦਾ? ਉਹੀ ਗਾਥਾ ਚੱਲ ਰਹੀ ਆ ਜ਼ਿਕਰ ਰਾਜਨ ਨੇ। ਇੱਥੇ ਜਦੋਂ ਮਹਾਰਾਜ ਜੀ ਪਹੁੰਚੇ ਸਨ, ਇੱਥੇ ਇੱਕ ਬ੍ਰਹਮੀ ਸ਼ਾਹ ਫਕੀਰ ਰਹਿੰਦਾ ਸੀ। ਉਹ ਮਹਾਰਾਜ ਜੀ ਦੇ ਨਾਲ ਵਾਰਤਾਲਾਪ ਕਰਨ ਆਇਆ। ਜਦੋਂ ਮਹਾਰਾਜ ਜੀ ਦੇ ਉਹਨੇ ਮਿੱਠੇ ਮਿੱਠੇ ਬਚਨ ਸੁਣੇ ਨੇ, ਦਲੀਲਾਂ ਸੁਣੀਆਂ ਨੇ, ਕਾਇਲ ਹੋ ਗਿਆ, ਮਹਾਰਾਜ ਜੀ ਦਾ ਹੀ ਹੋ ਗਿਆ। ਸੱਚੇ ਪਾਤਸ਼ਾਹ ਮੈਨੂੰ ਆਪਣਾ ਬਣਾਓ। ਸੱਚੇ ਪਾਤਸ਼ਾਹ ਨੇ ਇਹਨੂੰ ਆਪਣਾ ਬਣਾਇਆ ਤੇ ਨਾਮ ਰੱਖਿਆ ਸੀ ਉਹਦਾ ਅਜਮੇਰ ਸਿੰਘ। ਨਾਂ ਦਾ ਭਾਵੇਂ ਅਜਮੇਰ ਸਿੰਘ ਰੱਖਦਾ ਤੇ ਲੋਕ ਉਹਨੂੰ ਬ੍ਰਹਮੀ ਸ਼ਾਹ ਕਹਿੰਦੇ ਸਨ, ਮਹਿਮਾ ਸ਼ਾਹ। ਉਹ ਕਿਉਂ? ਕਿਉਂਕਿ ਉਹ ਹਰ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਗੁਰੂ ਜੀ ਦੀ ਮਹਿਮਾ, ਉਹਨੂੰ ਮਹਿਮਾ ਸ਼ਾਹ ਕਰਕੇ ਲੋਕ ਬੁਲਾਉਣ ਲੱਗੇ। ਉਹ ਫਕੀਰ ਮਹਾਰਾਜ ਜੀ ਦਾ ਬੜਾ ਕਾਇਲ ਹੋਇਆ ਇਹ ਇਸੇ ਹੀ ਛੱਤੇਆਣੀ ਦੀ ਧਰਤੀ ਦੇ ਉੱਤੇ। ਹੁਣ ਜਦੋਂ ਬਾਰ-ਬਾਰ ਇੱਕੋ ਹੀ ਗੱਲ ਉਹਨਾਂ ਨੇ ਦੁਹਰਾ ਲਈ, ਉਹਨਾਂ ਦਾ ਹੁਣ ਜਿਹੜਾ ਮੁਖੀ ਹੈ ਉਹ ਹੈ ਦਾਨਾ ਬਰਾੜ। ਦਾਨਾ ਬਰਾੜ ਪਿੰਡ ਦਾਨਾਵਾਲ ਦੇ ਰਹਿਣ ਵਾਲਾ, ਉੱਥੋਂ ਹੀ ਨਜ਼ਦੀਕ ਅੱਗੇ। ਤੇ ਉਹਨੇ ਆਪਣੇ ਸਾਥੀਆਂ ਨੂੰ ਆ ਕੇ ਸਮਝਾਇਆ ਕਿ ਤੁਹਾਨੂੰ ਪਤਾ ਨਹੀਂ ਕਿ ਮਹਾਰਾਜ ਜੀ ਦੇ ਨਾਲ ਆਨੰਦਪੁਰ ਸਾਹਿਬ ਤੋਂ 40 ਸਿੱਖ ਟੁੱਟ ਕੇ ਆ ਗਏ ਸੀ ਤੇ ਉਹਨਾਂ ਨੇ ਕਲੰਕ ਲਵਾ ਲਿਆ ਸੀ ਖਾਨਦਾਨਾਂ ਨੂੰ ਤੇ ਸਿੱਖੀ ਨੂੰ। ਉਹ ਬੜੇ ਔਖੇ ਬਖਸ਼ੇ ਜਾ ਰਹੇ ਨੇ, ਤੁਸੀਂ ਬਹੁਤ ਵੱਡੀ ਭੁੱਲ ਕਰ ਰਹੇ ਹੋ। ਅੱਗੇ ਕੀ ਹੋਇਆ? ਅੱਗੇ ਘੋੜੇ ਦੀ ਲਗਾਮ ਛੱਡੋ, ਪੈਸੇ ਦੀ ਲੋੜ ਆ, ਸਾਨੂੰ ਵੀ ਪਤਾ ਹੈ, ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ, ਸੱਚੇ ਪਾਤਸ਼ਾਹ ਕੀ ਨਹੀਂ ਕਰ ਸਕਦੇ। ਉਹ ਕਹਿਣ ਲੱਗੇ ਦਾਨਾ ਸਾਹਿਬ ਹੁਣ ਤੁਸੀਂ ਹੋ ਜੋ ਪਾਸੇ, ਅਸੀਂ ਸਿੱਧੀ ਗੱਲ ਮਹਾਰਾਜ ਨਾਲ ਆਪੇ ਕਰਾਂਗੇ। ਅਸੀਂ ਤੁਹਾਡੇ ਰਾਹੀਂ ਵੀ ਕਿੰਨੀ ਵਾਰ ਬੇਨਤੀ ਕਰ ਚੁੱਕੇ ਹਾਂ, ਅਸੀਂ ਤਾਂ ਹੁਣ ਆਪਣੀ ਤਨਖਾਹ ਲੈ ਕੇ ਹੀ ਮਹਾਰਾਜ ਜੀ ਨੂੰ ਅਗਾਹ ਤੁਰਨ ਦੇਵਾਂਗੇ, ਨਹੀਂ ਅਸੀਂ ਨਹੀਂ ਜਾਣ ਦਿੰਦੇ। 1400 ਬਰਾੜ ਸੀ ਜਿਹੜਾ ਘੇਰਾ ਪਾਈ ਖੜਾ ਹੈ। ਹੁਣ ਸਾਧ ਸੰਗਤ ਜੀ ਜਦੋਂ 1400 ਬਰਾੜ ਘੇਰਾ ਪਾਈ ਖੜਾ ਹੈ, ਉਹਨਾਂ ਨੇ ਵਿੱਚੋਂ ਇਹ ਵੀ ਆਖਿਆ ਕਿ ਮਹਾਰਾਜ ਤੁਹਾਨੂੰ ਕਿਹੜਾ ਕਿਤੋਂ ਮਾਇਆ ਦਾ ਇੰਤਜ਼ਾਮ ਕਰਨ ਦੀ ਲੋੜ ਹੈ? ਸੁਣਿਆ ਤੁਸੀਂ ਬੜਾ ਕਰਾਮਾਤੀ ਹੋ, ਤੁਸੀਂ ਤਾਂ ਹੀਰੇ ਮੋਤੀਆਂ ਦੇ ਢੇਰ ਗਰੇ ਵਗੈਰਾ ਲਾ ਸਕਦੇ ਹੋ, ਕਰਾਮਾਤ ਦੇ ਨਾਲ ਮਾਇਆ ਤਿਆਰ ਕਰੋ ਤੇ ਸਾਨੂੰ ਵਰਤਾਵੋ, ਘਰ ਨੂੰ ਜਾਣ ਦਿਓ। ਸਤਿਗੁਰੂ ਹੱਸ ਕੇ ਕਹਿਣ ਲੱਗੇ ਭਾਈ ਮਾਇਆ ਤਾਂ ਮਸ਼ੀਨਰੀ ਨਾਲ ਬਣਦੀ ਆ ਪਿਆਰਿਓ, ਇਹ ਕਰਾਮਾਤ ਨਾਲ ਮਾਇਆ ਕਿਵੇਂ ਬਣਾਈ ਜਾ ਸਕਦੀ ਆ? ਬਥੇਰੀ ਮਾਇਆ ਬਣਦੀ ਆ ਪੰਜਾਬ ਦੀ ਧਰਤੀ ਤੇ ਕਰਾਮਾਤ ਨਾਲ। ਤਾਂ ਕਈ ਬਾਬੇ ਕਹਿ ਦਿੰਦੇ ਨੇ ਨਾ ਕਿ ਤੁਹਾਡੇ ਫਲਾਣੇ ਕਮਰੇ ਦੇ ਵਿੱਚ ਜਿਹੜਾ ਫਰਸ਼ ਆ ਉਹਦੇ ਇੰਨੀ ਡੂੰਘੀ ਥੱਲੇ ਮਾਇਆ, ਲੋਕਾਂ ਨੇ ਪੱਥਰ ਪਟਾ ਕੇ, ਲੋਕਾਂ ਨੇ ਫਰਸ਼ ਪਟਾ ਕੇ ਰੱਖਦੇ ਤੇ ਉੱਥੋਂ ਨਿਕਲਿਆ ਕੁਝ ਨਹੀਂ। ਤੇ ਨਾਲੇ ਕਹਿ ਦੇਣਾ ਤੁਹਾਡੇ ਤੋਂ ਆਹ ਗਲਤੀ ਹੋ ਗਈ, ਨਹੀਂ ਤਾਂ ਮਾਇਆ ਨਾ ਖਿਸਕਦੀ ਇੱਧਰ ਉੱਧਰ ਹੋ ਗਈ, ਹੁਣ ਫਲਾਣੇ ਦੇ ਘਰ ਚਲੇ ਗਈ, ਉਹ ਰੌਲਾ ਕਿਹੜਾ ਪਾਵੇ? ਜੇ ਪਤਾ ਲੱਗ ਜਾਵੇ ਸਰਕਾਰ ਨੂੰ ਵੀ ਪੱਟਣ ਆ ਜਾਂਦੀਆਂ ਨੇ। ਅਜੇ ਵੀ ਕਈ ਪਿੰਡ ਪੰਜਾਬ ਵਿੱਚ ਇਹੋ ਜਿਹੇ ਨੇ ਜਿਹੜੇ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਉੱਥੇ ਨਲਕਾ ਜਾਂ ਸਮਰਸੀਬਲ ਵੀ ਨਹੀਂ ਲਗਾਇਆ ਜਾ ਸਕਦਾ,
ਨੀਹਾਂ ਵੀ ਨਹੀਂ ਪੁੱਟੀਆਂ ਜਾ ਸਕਦੀਆਂ ਕਿਉਂਕਿ ਥੇ ਹੋਏ ਪਏ ਨੇ। ਉਹਨਾਂ ਦੇ ਵਿੱਚੋਂ ਅਜੇ ਵੀ ਸੋਨਾ ਚਾਂਦੀ ਨਿਕਲ ਰਿਹਾ। ਕਹਿਣ ਦਾ ਭਾਵ ਬਾਬੇ ਅਜੇ ਵੀ ਕਰਾਮਾਤ ਦੇ ਨਾਲ ਉੱਥੇ ਜੋਤਸ਼ੀ ਵਗੈਰਾ ਮਾਇਆ ਬਣਾਈ ਜਾਂਦੇ ਨੇ। ਪੱਥਰ ਪਟਾ ਕੇ ਰੱਖ ਦਿੱਤੇ, ਆਹ ਰਸੋਈ ਦੀ ਜਗ੍ਹਾ ਬਾਥਰੂਮ ਜਾਣਾ ਹੋਣਾ ਚਾਹੀਦਾ, ਉੱਥੇ ਫਲਾਣਾ ਰੁੱਖ ਲੱਗਿਆ ਚਾਹੀਦਾ, ਘਰ 'ਚ ਅਨਾਰ ਨਹੀਂ ਲਾਉਣਾ, ਅੰਗੂਰਾਂ ਦੀ ਬੇਲ ਨਹੀਂ ਲਾਉਣੀ, ਪਤਾ ਨਹੀਂ ਕੀ। ਧੰਨਵਾਦ ਬਾਬਾ ਜੀ, ਉਹੀ ਕੁਝ ਕਹਿ ਰਹੇ ਸਨ। ਆਖਿਆ ਪਿਆਰਿਓ ਭਲਾ ਕਰਾਮਾਤ ਦੇ ਨਾਲ ਵੀ ਮਾਇਆ ਬਣਾਈ ਜਾ ਸਕਦੀ ਆ? ਇਹ ਤਾਂ ਮਸ਼ੀਨਰੀ ਨਾਲ ਬਣਦੀ ਆ। ਅਸ਼ਰਫੀਆਂ ਚੱਲਦੀਆਂ ਸਨ। ਅਸ਼ਰਫੀਆਂ ਉਸ ਵੇਲੇ ਸਭ ਤੋਂ ਪਹਿਲਾਂ ਅਸ਼ਰਫੀਆਂ ਸੋਨੇ ਦੀ ਮੁਦਰਾ ਨੂੰ ਆਖਿਆ ਜਾਂਦਾ, ਸੋਨੇ ਦੀ ਮੋਹਰ ਨੂੰ। ਇਹ ਸਭ ਤੋਂ ਪਹਿਲਾਂ ਸਪੇਨ ਵਿੱਚ ਬਣੀ ਸੀ। ਮੁੜ ਕੇ ਜਿਹੜੇ ਭਾਰਤ ਦੇ ਬਾਦਸ਼ਾਹ ਸਮੇਂ-ਸਮੇਂ ਤੇ ਬਦਲਦੇ ਰਹੇ, ਉਹ ਵੀ ਆਪਣੇ ਰਾਜ ਵਿੱਚ ਅਸ਼ਰਫੀ ਚਲਾਉਂਦੇ ਰਹੇ, ਪਰ ਚਾਂਦੀ ਦੇ ਸਿੱਕੇ ਦੀ ਤਰ੍ਹਾਂ ਇਹਦਾ ਭਾਅ ਇੱਕ ਨਾ ਰਹਿ ਸਕਿਆ। ਕਾਰਨ ਇਹ ਸੀ ਜਦੋਂ ਸੋਨੇ ਦਾ ਭਾਅ ਵੱਧ ਜਾਣਾ, ਅਸ਼ਰਫੀ ਦਾ ਵੀ ਵੱਧ ਜਾਣਾ, ਸੋਨੇ ਦਾ ਭਾਅ ਘਟ ਜਾਣਾ, ਅਸ਼ਰਫੀ ਦਾ ਵੀ ਘਟ ਜਾਣਾ। ਇਸ ਕਰਕੇ ਅਸ਼ਰਫੀ ਫੇਲ ਹੋ ਗਈ ਆਪਣੇ ਬਾਦਸ਼ਾਹਾਂ ਦੇ ਸਮੇਂ। ਮਹਾਰਾਜ ਨੇ ਆਖਿਆ ਭਾਈ ਤੁਸੀਂ ਟਿਕੋ, ਉਹ ਨਾ ਮੰਨੇ ਲੋ। ਫਿਰ ਮਹਾਰਾਜ ਵੀ ਕਹਿਣ ਲੱਗੇ ਨੇ ਪਿਆਰਿਓ ਫਿਰ ਗੱਲਾਂ ਤੋਂ ਨੇ। ਇਸ ਵੇਲੇ ਤਾਂ ਇੱਕੋ ਹੀ ਚੀਜ਼ ਤੁਹਾਡੇ ਕੋਲ ਰਹਿ ਸਕਦੀ ਹੈ, ਇੱਕੋ ਹੀ ਮਿਲ ਸਕਦੀ ਆ। ਜਾਂ ਤਾਂ ਲੈ ਲਓ ਸਿੱਖੀ ਰੱਖ ਲਓ, ਨਹੀਂ ਫਿਰ ਤੁਹਾਨੂੰ ਮਾਇਆ ਹੀ ਮਿਲੇਗੀ। ਉਹਨਾਂ ਨੇ ਫਿਰ ਉੱਪਰ ਵਾਲੀ ਦੀ ਆਖਿਆ ਮਹਾਰਾਜ ਸਿੱਖ ਤਾਂ ਅਸੀਂ ਤੁਹਾਡੇ ਹੀ ਆ, ਕਿੰਨੇ ਲੰਬੇ ਸਮੇਂ ਤੋਂ ਤੁਹਾਡੇ ਚਰਨਾਂ 'ਚ ਸੇਵਾ ਕਰ ਰਹੇ ਆ, ਸਿੱਖ ਤਾਂ ਤੁਹਾਡੇ ਹੀ ਆ ਮਹਾਰਾਜ, ਸਾਨੂੰ ਤਾਂ ਇਸ ਵੇਲੇ ਮਾਇਆ ਚਾਹੀਦੀ ਆ, ਮਾਇਆ। ਲੋ ਸਤਿਗੁਰੂ ਮਹਾਰਾਜ ਕਹਿਣ ਲੱਗੇ ਬੈਠੋ ਭਾਈ, ਫਿਰ ਜਿੰਨੀ ਦੇਰ ਤੁਹਾਡੀ ਮਾਇਆ ਦਿੰਦੇ ਨਹੀਂ ਅਸੀਂ ਨਹੀਂ ਅਗਾਂਹ ਜਾਂਦੇ। ਹੁਣ ਭਲਾ ਗੱਲ ਕੀ ਧਰਮ ਪਾਤਸ਼ਾਹ ਮਹਾਰਾਜ ਜੀ ਦੀ ਪਿੱਠ ਲੱਗ ਸਕਦੀ ਆ? ਪਰਮਾਤਮਾ ਨੇ ਜਿਨ੍ਹਾਂ ਨੂੰ ਆਪਣਾ ਪੁੱਤਰ ਬਣਾ ਕੇ ਭੇਜਿਆ ਹੋਵੇ, ਐਸੇ ਮਹਾਨ ਪੁੱਤਰ ਦੀ ਪਰਮਾਤਮਾ ਪਿੱਠ ਲਗਾ ਸਕਦਾ ਏ? ਅਜੇ ਗੱਲਾਂ ਬਾਤਾਂ ਹੋਏ ਰਹੀਆਂ ਸਨ, ਦਾਨਾ ਬਰਾੜ ਅਫਸੋਸਿਆ ਖੜਾ ਏ, ਉਹਨਾਂ ਨੂੰ ਕੋਈ ਅਫਸੋਸ ਨਹੀਂ, ਲਗਾਮ ਫੜੀ ਖੜੇ ਨੇ। ਤੇ ਮਹਾਰਾਜ ਜੀ ਘੋੜੇ ਤੋਂ ਉਤਰ ਕੇ ਬੈਠ ਗਏ ਨੇ ਤੇ ਸਦਾ ਅੰਗ ਸੰਗ ਰਹਿਣ ਵਾਲੇ ਪਰਮਾਤਮਾ ਨੇ ਜਿਵੇਂ ਤਨਖਾਹਾਂ ਦਾ ਇੰਤਜ਼ਾਮ ਕੀਤਾ ਏ। ਸੁਣਿਓ ਜਰਾ।
ਆ ਇੱਕੋ ਹੀ, ਚਾਹੇ ਤਾਂ ਲੈ ਲਓ ਸਿੱਖੀ ਤੇ ਚਾਹੇ ਲੈ ਲਓ ਤਨਖਾਹਾਂ। ਆਖੇ ਮਹਾਰਾਜ ਸਿੱਖ ਤਾਂ ਤੁਹਾਡੀਆਂ, ਸਾਨੂੰ ਤਾਂ ਇਸ ਵੇਲੇ ਤਨਖਾਹ ਚਾਹੀਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਛੱਤੇ ਵਾਲੇ ਦੀ ਧਰਤੀ ਤੇ ਬੈਠ ਜਾਂਦੇ ਨੇ। ਅਜੇ ਕੁਝ ਕੇ ਸਮਾਂ ਬੀਤਦਾ ਕਿ ਕੁਬੇਰ ਤੋਂ ਚੱਲਿਆ ਹੋਇਆ ਇੱਕ ਸਿੱਖ ਆਉਂਦਾ, ਉਹਦਾ ਨਾਮ ਹੈ ਸੁਜਾਨ ਸਿੰਘ। ਇਤਿਹਾਸ ਵਿੱਚ ਆਇਆ ਸੁਜਾਨ ਸਿੰਘ ਨੇ ਕਦੇ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਸੁਖਣਾ ਸੁਖੀ ਹੋਵੇਗੀ। ਬੜੇ ਸ਼ਰਧਾਲੂ ਸਨ। ਬਾਬਾ ਜੀ ਨੇ ਮੱਖਣ ਸ਼ਾਹ ਦੀ ਗੱਲ ਕੀਤੀ ਆ, ਉਹਨੇ ਵੀ ਸੁਖਣਾ ਹੀ ਸੁਖੀ ਸੀ। ਮਹਾਰਾਜ ਜੀ ਨੂੰ ਭਾਲਦਾ ਜਿਹੜਾ ਬਕਾਲੇ ਆਇਆ ਸੀ। ਬੜੇ ਸ਼ਰਧਾਲੂ ਸਨ, ਕਿਉਂਕਿ 4 ਤਰੀਕਿਆਂ ਦੇ ਮਹਾਰਾਜ ਜੀ ਦੇ ਚਰਨਾਂ 'ਚ ਮਾਇਆ ਆਇਆ ਕਰਦੀ ਸੀ। ਦਰਸ਼ਨੀ ਭੇਟਾ ਜਿਹੜੀ ਗੋਲਕ ਵਿੱਚ ਪਾਉਂਦੇ ਆ, ਇੱਕ ਤਾਂ ਸੰਬੰਧ ਜਿਹੜੀ ਆਪਣੀ ਕਿਰਤ ਕਮਾਈ ਦੀ, ਇੱਕ ਗੁਰਾਹੀ ਭੇਟ ਜਿਹੜੇ ਮਸੰਦ ਜਨ ਇਕੱਠੇ ਕਰਕੇ ਲਿਆਇਆ ਕਰਦੇ ਸਨ, ਤੇ ਚੌਥੇ ਤਰੀਕੇ ਦੀ ਆਹ ਜਿਹੜੀ ਤੁਸੀਂ ਸਟੇਜ ਦੇ ਉੱਤੇ ਰਾਗੀਆਂ ਢਾਡੀਆਂ ਬੜੀ ਮਹਾਰਾਜ ਜੀ ਕੋਲ ਮਾਇਆ ਆਇਆ ਕਰਦੀ ਸੀ। ਤੇ ਇੱਕ ਤੋਂ ਇੱਕ ਸਿੱਖ ਮਹਾਰਾਜ ਜੀ ਨੂੰ ਘੋੜੇ ਕਿਹਾ, ਦਸ਼ਾਲੇ ਕਿਹਾ, ਸ਼ਾਸਤਰ ਕਿਹਾ, ਵਾਸਤਰ ਕਿਹਾ, ਮਹਿੰਗੀ ਤੋਂ ਮਹਿੰਗੀ ਵਸਤੂ ਮਹਾਰਾਜ ਜੀ ਨੂੰ ਚੜਾਉਣਾ ਮਾਣ ਸਮਝਿਆ ਕਰਦੇ ਸਨ। ਹੁਣ ਉਹ ਕੁਬੇਰ ਤੋਂ ਚੱਲਿਆ ਹੋਇਆ ਸਿੱਖ ਸੁਜਾਨ ਸਿੰਘ ਜੀ ਨੇ ਕਦੇ ਸੁਖਣਾ ਸੁਖੀ ਪੂਰੀ ਹੋਈ। ਮਹਾਰਾਜ ਜੀ ਨੂੰ ਅਸ਼ਰਫੀਆਂ ਲੱਦ ਕੇ ਲਿਆਇਆ ਸੰਗਤ ਦੇ ਨਾਲ। ਉਹਨੂੰ ਪਤਾ ਲੱਗਿਆ ਕਿ ਮਹਾਰਾਜ ਜੀ ਨੇ ਕਿਲਾ ਛੱਡ ਦਿੱਤਾ। ਪੁੱਛਦਾ ਪਛਾਉਂਦਾ ਇੱਧਰ ਨੂੰ ਆਇਆ। ਖੱਚਰ ਦੇ ਉੱਤੇ ਅਸ਼ਰਫੀਆਂ ਲੱਦੀਆਂ ਹੋਈਆਂ, ਸੋਨੇ ਦੀ ਮੁਦਰਾ। ਆਪ ਜੀ ਨੇ ਸਰਵਣ ਕੀਤੀ ਕਿ ਇਹਦਾ ਸੋਨੇ ਕਰਕੇ ਭਾਅ ਜਿਹੜਾ ਵਧਣ ਘਟਣ ਕਰਕੇ ਇਹ ਪੱਕੀ ਤਰ੍ਹਾਂ ਤੈਅ ਨਾ ਹੋ ਸਕੀ, ਇਸ ਕਰਕੇ ਇਹ ਬੰਦ ਹੋ ਗਈ। ਹੁਣ ਅਸ਼ਰਫੀਆਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਇਹਨੇ ਮੱਥਾ ਟੇਕਿਆ। ਸੱਚੇ ਪਾਤਸ਼ਾਹ ਦਾਸ ਵੱਲੋਂ ਤੁੱਛ ਜੀ ਭੇਟਾ ਪ੍ਰਮਾਣ ਕਰੋ। ਖੱਚਰ ਲੱਦੀ ਹੋਈ ਆ ਤੇ ਇੰਨੀ ਮਾਇਆ ਨੂੰ ਤੁੱਛ ਜੀ ਦੱਸ ਰਿਹਾ। ਤੁੱਛ ਜੀ ਭੇਟਾ ਪ੍ਰਮਾਣ ਕਰੋ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨੂੰ ਅਸ਼ੀਰਵਾਦ ਦਿੱਤੀ ਤੇ ਉਸੇ ਵੇਲੇ ਕਹਿਣ ਲੱਗੇ, ਆਓ ਭਾਈ, ਕਰਤਾ ਪ੍ਰਮਾਤਮਾ ਨੇ ਤੁਹਾਡੀ ਤਨਖਾਹ ਦਾ ਇੰਤਜ਼ਾਮ। ਆਜੋ। ਲਾਈਨਾਂ ਲਾ ਲਈਆਂ ਗਈਆਂ ਨੇ। ਹਜ਼ੂਰ ਮਹਾਰਾਜ ਉਹਨੂੰ ਪੁੱਛਦੇ ਕਿ ਕਿੰਨੇ ਮਹੀਨਿਆਂ ਦੀ, ਉਹ ਹਿਸਾਬ ਦੇ ਨਾਲ ਉਹਨਾਂ ਨੂੰ ਮਾਇਆ ਦਿੰਦੇ ਜਾਂਦੇ ਨੇ ਤੇ ਨਾਲੇ ਪੁੱਛੀ ਜਾਂਦੇ ਨੇ, ਹਾਂ ਭਾਈ ਕਿੰਨੀ? ਅਗੇ ਮਹਾਰਾਜ ਇੰਨੀ। ਮਾਇਆ ਹੀ ਚਾਹੀਦੀ ਆ ਕਿ ਸਿੱਖੀ? ਸਿੱਖ ਤਾਂ ਤੁਹਾਡੀ ਆ ਮਹਾਰਾਜ, ਸਿੱਖੀ ਤਾਂ ਹੈ ਉਹ ਮਾਇਆ ਚਾਹੀਦੀ ਆ। ਲੈ ਭਾਈ, ਮਾਇਆ ਲੈਂਦਾ ਅਗਾਂਹ ਹੋ ਜਾਂਦਾ, ਮਾਇਆ ਲੈਂਦਾ ਅਗਾਂਹ ਹੋ ਜਾਂਦਾ। ਬਹੁਤ ਸਾਰਿਆਂ ਨੇ ਲੈ ਲਈ। ਬਹੁਤੇ ਵਿੱਚ ਭਾਰਤੀ ਸਨ ਮਹਾਰਾਜ ਜੀ ਦੇ ਕੋਲ ਤਨਖਾਹਾਂ ਤੇ ਰੱਖੇ ਹੋਏ, ਪਰ ਸਮੇਂ ਦੇ ਹਾਲਾਤ ਐਸੇ ਸਨ ਤਨਖਾਹਾਂ ਨਹੀਂ ਦੇ ਹੋਈਆਂ। ਵਿੱਚ ਕੁਝ ਕੁ ਸਨ ਜਿਹੜੇ ਪਿਆਰ ਵਾਲੇ ਸਨ। ਮਹਾਰਾਜ ਜੀ ਦੇ ਨਾਲ ਜੋ ਹੋਇਆ, ਧੱਕਾ ਹੋਇਆ, ਮੁਸੀਬਤਾਂ ਨੂੰ ਦੇਖ ਕੇ ਉਹਨਾਂ ਨੇ ਆਪਣਾ ਤਨ ਮਨ ਮਹਾਰਾਜ ਜੀ ਨੂੰ ਨਿਸ਼ਾਵਰ ਕੀਤਾ ਹੋਇਆ ਸੀ, ਉਹ ਵੀ ਨਹੀਂ। ਉਹਨਾਂ ਵਿੱਚੋਂ ਇੱਕ ਦਾਨਾ ਹੈ ਤੇ ਦਾਨਾ ਬਰਾੜ, ਇਹ ਬਰਾੜਾਂ ਦਾ ਮੁਖੀ ਆ। ਇਹਦੀ ਵਾਰੀ ਆਉਂਦੀ ਆ ਜਦੋਂ ਮਹਾਰਾਜ ਇਹਨੂੰ ਕਹਿੰਦੇ ਨੇ, ਦੂਰ ਖੜਾ ਹੁੰਦਾ ਹੈ, ਮਹਾਰਾਜ ਜੀ ਦੇ ਚਰਨਾਂ 'ਚ ਮਾਇਆ ਲੈਣ ਨਹੀਂ ਆਉਂਦਾ। ਦਾਨਿਆ, ਤੂੰ ਭਾਈ ਪਰਾਂ ਗਾ ਕੇ ਖੜਾ ਆਪਣੇ ਕਬੀਲੇ ਵਾਲਿਆਂ ਨਾਲ, ਹੋਰਾ ਤੂੰ ਵੀ ਮਾਇਆ ਲੈ ਆਪਣੀ। ਇਹ ਦਾਨਾ ਜਦੋਂ ਮਹਾਰਾਜ ਜੀ ਕਪੂਰੇ ਨੂੰ ਮਿਲੇ ਨੇ ਨਾ, ਕਪੂਰੇ ਨੂੰ, ਤੇ ਪਿੱਛੋਂ ਭੌਰ ਪਿੰਡ ਦੇ ਭਾਈ ਗੁਰਬਖਸ਼ ਸਿੰਘ ਨੇ ਆ ਕੇ ਦੱਸਿਆ, ਮਹਾਰਾਜ ਵਜ਼ੀਰ ਖਾਨ 10,000 ਫੌਜ ਲਈ ਤੁਹਾਡੇ ਮਗਰ ਆ ਰਿਹਾ। ਮਹਾਰਾਜ ਕਹਿਣ ਲੱਗੇ, ਆ ਲੈਣ ਦੇ ਉਹਨੂੰ, ਰੋਕਣ ਵਾਲੇ ਵੀ ਆ ਰਹੇ ਨੇ। ਉਹ 40 ਸਿੰਘਾਂ ਵੱਲ ਇਸ਼ਾਰਾ ਸੀ ਤੇ ਮਾਤਾ ਭਾਗੋ ਹੋਣਾ ਵੱਲ। ਆ ਲੈਣ ਦੇ, ਉਹਨੂੰ ਰੋਕਣ ਵਾਲੇ ਵੀ ਆ ਰਹੇ ਨੇ। ਤੇ ਮਹਾਰਾਜ ਨੇ ਕਪੂਰੇ ਨੂੰ ਆਖਿਆ, ਕਪੂਰਿਆ, ਚਾਹੇ ਤਾਂ ਸਾਨੂੰ ਆਪਣੇ ਵਾਲਾ ਕਿਲਾ ਦੇ ਦੇ, ਕਿਉਂਕਿ ਉਹ ਕੋਟ ਕਿਲੇ ਨੂੰ ਆਖਿਆ ਜਾਂਦਾ, ਉਹਦੇ ਨਾਂ ਤੇ ਉਹ ਜਿਹੜਾ ਕੋਟ ਕਪੂਰਾ ਸ਼ਹਿਰ ਅੱਜ ਵਸਿਆ ਹੋਇਆ। ਚਾਹੇ ਤਾਂ ਸਾਨੂੰ ਆਪਣਾ ਕਿਲਾ ਦੇ ਦੇ, ਤੇ ਨਹੀਂ ਸਾਨੂੰ ਕੋਈ ਸੁਰੱਖਿਆ ਥਾਂ ਦੱਸ ਦੇ। ਉਹ ਵੀ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਮੁਗਰੀ ਖਾ ਜਾਂਦਾ। ਉਹ ਸੋਚਦਾ ਮਨ ਵਿੱਚ ਵੀ ਅੱਜ ਪੱਤਾ ਮਹਾਰਾਜ ਦਾ ਬੈਰੀ ਬਣਿਆ, ਜੇ ਮੈਂ ਕਿਲਾ ਦੇਤਾ ਤੇ ਸਰਕਾਰ ਨਾਲ ਸਿੱਧੀ ਉਹ ਮੇਰੀ ਤਾਂ ਵਿਗੜ ਗਈ, ਮੈਨੂੰ ਫਾਹੇ ਲਾ ਦੇਣਗੇ। ਉਹ ਕਹਿਣ ਲੱਗਾ, ਨਹੀਂ ਮਹਾਰਾਜ, ਮੈਂ ਤੁਹਾਨੂੰ ਆਪਣਾ ਕਿਲਾ ਤਾਂ ਨਹੀਂ ਦੇ ਸਕਦਾ, ਜੇ ਦੇਤਾ ਮੈਨੂੰ ਇਹ ਮੁਗਲ ਫਾਹੇ ਲਾ ਦੇਣਗੇ, ਤੁਹਾਨੂੰ ਜਗ੍ਹਾ ਦੱਸ ਦਿੰਦਾ। ਮਹਾਰਾਜ ਕਹਿਣ ਲੱਗੇ, ਜਗ੍ਹਾ ਦੱਸ ਦੇ ਕਪੂਰਿਆ, ਐਵੇਂ ਡਰੀ ਜਾਂਦਾ, ਜੇ ਤੇ ਫਾਹੇ ਲਾਉਣ ਤੇ ਆਏ ਇਹਨਾਂ ਨੇ ਛੱਡਣਾ ਕਦ ਹੈ। ਇਹ ਵੀ ਵਚਨ ਮਹਾਰਾਜ ਦਾ ਬਾਅਦ ਵਿੱਚ ਜਾ ਕੇ ਸੱਚ ਹੁੰਦਾ ਹੈ। ਮੰਝ ਈਸਾ ਖਾਂ ਪਿੱਛੋਂ ਇਸੇ ਕਪੂਰੇ ਨੂੰ ਫਾਹੇ ਲਾ ਕੇ ਬਾਅਦ ਵਿੱਚ ਮਾਰਦਾ, ਕਿਉਂਕਿ ਉਹਨਾਂ ਦਾ ਡਰ ਉਹਨਾਂ ਨੂੰ ਆਪਣੇ ਆਪੇ ਵੱਢ ਕੇ ਖਾਈ ਗਿਆ। ਪਿੱਛੇ ਨੰਬਰਦਾਰ ਫੱਤੇ ਬਾਰੇ ਆਪ ਜੀ ਨੇ ਸੁਣਿਆ। ਸਾਧ ਸੰਗਤ ਜੀ, ਕਪੂਰੇ ਨੂੰ ਆਖਿਆ, ਚੱਲ ਕੋਈ ਗੱਲ ਨਹੀਂ ਕਪੂਰਿਆ, ਸਾਨੂੰ ਥਾਂ ਦੱਸ ਦੇ, ਜੇ ਮਾਰਨ ਤੇ ਹੀ ਆਏ, ਫਾਹੇ ਲਾਉਣ ਤੇ ਆਏ, ਤੈਨੂੰ ਛੱਡਣਾ ਹੀ ਕਾਹਦਾ ਹੈ। ਮਹਾਰਾਜ ਦੇ ਨਾਲ ਦਾਨਾ ਬਰਾੜ ਤੋਰਿਆ ਕਪੂਰੇ ਨੇ। ਕਿੱਥੇ ਲੈ ਗਿਆ? ਖਦਰਾਣੇ ਦੀ ਢਾਬ ਦੇ ਉੱਤੇ, ਜਿੱਥੇ ਮਹਾਰਾਜ ਜੀ ਨੇ ਆਪਣੇ ਜੀਵਨ ਦੀ 14ਵੀਂ ਜੰਗ ਲੜੀ। 40 ਸਿੱਖ ਦਾ ਲੜੇ ਵਿੱਚ ਕੇਵਲ ਗਿਣਤੀ 40 ਨਹੀਂ ਸਾਧ ਸੰਗਤ ਜੀ, ਐਵੇਂ ਉੱਥੇ ਭੁਚਾਲ ਜਿਹਾ ਪਾਇਆ ਹੋਇਆ। 300-400 ਸਿੱਖ ਸ਼ਹੀਦ ਹੋਇਆ ਮੁਕਤਸਰ ਸਾਹਿਬ ਦੀ ਧਰਤੀ ਤੇ। ਜਿਹੜੀ ਅਸਲੀ 40 ਮੁਕਤਿਆਂ ਦੀ ਗਿਣਤੀ ਆ, ਨਾ 41 ਨਾ 39, ਉਹ ਚਮਕੌਰ ਸਾਹਿਬ ਵਾਲੀ ਆ। ਇਤਿਹਾਸ ਵਿੱਚ 3 ਵਾਰ ਮਹਾਰਾਜ ਜੀ ਨੇ ਮੁਕਤਿਆਂ ਦਾ ਵਰ ਦਿੱਤਾ। ਪਹਿਲੀ ਵਾਰ 5 ਪਿਆਰਿਆਂ ਤੋਂ ਬਾਅਦ ਪਿਛਲੇ 5 ਸਿੱਖਾਂ ਨੂੰ ਅੰਮ੍ਰਿਤ ਛਕਾਇਆ ਸੀ, ਆਖਿਆ ਇਹ 5 ਪਿਆਰੇ ਤੇ 5 ਮੁਕਤੇ। ਦੂਜੀ ਵਾਰ ਚਮਕੌਰ ਦੇ 40 ਸਿੱਖਾਂ ਨੂੰ ਮੁਕਤੇ ਆਖਿਆ।
ਤੇ ਹੁਣ ਤੀਜੀ ਵਾਰ ਮਹਾਰਾਜ ਜੀ ਨੇ 300-400 ਨੂੰ ਮੁਕਤਸਰ ਦੀ ਧਰਤੀ ਦੇ ਉੱਤੇ ਮੁਕਤਿਆਂ ਦਾ ਖਿਤਾਬ ਦਿੱਤਾ, ਇਹ ਵਰ ਦਿੱਤਾ ਹੈ। ਇਹ ਕੀ ਹੁੰਦਾ ਸੀ, ਇੱਕ ਮਿੰਟ ਦੀ ਝਾਤ ਪਾਈ ਲੈਂਦੇ ਆ। ਮਹਾਰਾਜ ਜੀ ਨੇ ਜਦੋਂ ਇੱਥੇ ਜੰਗ ਲੜਿਆ, ਦੂਰ ਟਿੱਬੀ ਤੇ ਬੈਠ ਗਏ ਨੇ, ਵਜੀਦ ਖਾਂ ਆਇਆ ਤੇ ਇੱਥੇ ਲੋੜ ਸੀ ਵੱਡੀ ਪਾਣੀ ਦੀ। 8 ਮਈ 1705 ਨੂੰ ਇਹ ਜੰਗ ਹੋਈ ਸੀ। ਜੰਗ ਵਿੱਚ ਵੱਡੀ ਲੋੜ ਪਾਣੀ ਦੀ ਹੁੰਦੀ ਆ। ਕਨ੍ਹਈਏ ਦੀ ਪਾਣੀ ਕਰਕੇ ਹੀ ਜਾ ਕੇ ਸ਼ਿਕਾਇਤ ਲਾਈ ਸੀ, ਮਹਾਰਾਜ ਅਸੀਂ ਬੈਰੀ ਨੂੰ ਨਕਾਰਾ ਕਰਦੇ ਆ, ਫਿਰ ਪਾਣੀ ਪਿਲਾ ਕੇ ਸਾਡੇ ਮੁਕਾਬਲੇ ਤੇ ਖੜਾ ਕਰ ਦਿੰਦਾ ਏ। ਸੋ ਪਾਣੀ ਦੀ ਜਦੋਂ ਹਾਲ ਦਹਾਈ ਮਚ ਜਾਂਦੀ ਆ, ਤਕਰੀਬਨ ਸਾਰੇ ਸਿੱਖ ਢਹਿ ਢੇਰੀ ਹੋ ਜਾਂਦੇ ਨੇ। ਮਾਤਾ ਭਾਗੋ ਤੇ ਮਹਾ ਸਿੰਘ ਜੀਵਤ ਹੁੰਦੇ ਨੇ। ਕਪੂਰੇ ਨੂੰ ਪੁੱਛਦੇ ਨੇ ਕਿ ਕਪੂਰਿਆ ਪਾਣੀ ਕਿੱਥੇ ਮਿਲੇਗਾ। ਉਹ ਖਿਦਰਾਣੇ ਦੀ ਢਾਬ ਉਸ ਵੇਲੇ ਸੁੱਕੀ ਹੋਈ ਸੀ। ਉਹਨੇ ਇੱਥੇ ਚਾਲ ਵਰਤੀ, ਕਹਿਣ ਲੱਗਿਆ ਜੀ ਜੇ ਤਾਂ ਗੁਰੂ ਮਹਾਰਾਜ ਜੀ ਦੇ ਪਿੱਛੇ ਜਾਣਾ ਫਿਰ ਤਾਂ 30 ਕੋਹ ਤੇ ਪਾਣੀ ਮਿਲ ਜਾਊ, ਉਹਨਾਂ ਦੇ ਮਗਰ ਜੇ ਪਿੱਛੇ ਜਾਣਾ ਤਾਂ 9-10 ਕੋਹ ਤੇ ਮਿਲ ਜੂ। ਉਹਨੇ ਆਖਿਆ ਪਾਣੀ ਚਾਹੀਦਾ। ਪਹਿਲਾਂ ਉਹ ਉੱਥੋਂ ਪਿੱਛੇ ਮੁੜ ਆਉਂਦਾ ਏ, ਆਪਣੀਆਂ ਫੌਜਾਂ ਨੂੰ ਲੈ ਕੇ ਤੜਫਦਿਆਂ ਨੂੰ ਛੱਡ ਆਉਂਦਾ, ਮਰਿਆਂ ਨੂੰ ਛੱਡ ਆਉਂਦਾ। ਉਧਰ ਹਜੂਰ ਪਾਤਸ਼ਾਹ ਉੱਚੀ ਟਿੱਬੀ ਤੇ ਬੈਠੇ ਤੀਰਾਂ ਦੀ ਵਰਖਾ ਕਰ ਰਹੇ ਹੁੰਦੇ ਨੇ, ਨਾਲ ਦਾਨਾ ਹੁੰਦਾ ਜਿਹਨੂੰ ਹੁਣ ਬੁਲਾਇਆ ਮਹਾਰਾਜ ਜੀ ਨੇ, ਦਾਨਿਆ ਆ ਜਾ। ਜਦੋਂ ਮਹਾਰਾਜ ਜੀ ਤੀਰਾਂ ਦੀ ਵਰਖਾ ਕਰਦੇ ਨੇ, ਠੰਡ ਢਡੌੜਾ ਹੋ ਜਾਂਦਾ, ਫਿਰ ਲਾਸ਼ਾਂ ਵਿੱਚ ਆਉਂਦੇ ਨੇ। ਜਿੰਨੇ ਕਦਮ ਜਿਹੜੇ ਸ਼ਹੀਦ ਕੋਲ ਚੱਲ ਕੇ ਜਾਂਦੇ ਨੇ ਉਹਨੂੰ ਉਨਾ ਹੀ ਖਿਤਾਬ ਦੇ ਦਿੰਦੇ ਨੇ। 5 ਕਦਮਾਂ ਵਾਲੇ ਕੋਲ 5000, 10000, 20000, 30000। ਇਹ ਮੁਗਲ ਸਰਕਾਰ ਦੇ ਫੌਜੀਆਂ ਲਈ ਇਹ ਖਿਤਾਬ ਹੁੰਦੇ ਸੀ। ਮਹਾਰਾਜ ਨੇ ਆਪਣੇ ਸਿੱਖਾਂ ਨੂੰ ਵੀ ਦਿੱਤੇ। ਜਦੋਂ ਮੁਗਲ ਸਰਕਾਰ ਸੀ ਉਦੋਂ ਇਹ ਖਿਤਾਬ ਦਾ ਨਾਮ ਹੁੰਦਾ ਸੀ 20000, 10000 ਜਾਂ 5000। ਤੇ ਜਦੋਂ ਬਾਅਦ ਵਿੱਚ ਫਿਰ ਰਾਜ ਆ ਗਿਆ ਅੰਗਰੇਜ਼ਾਂ ਦਾ, ਉਸ ਖਿਤਾਬ ਦਾ ਨਾਮ ਬਦਲ ਕੇ ਕੀ ਰੱਖ ਦਿੱਤਾ, ਵਿਕਟੋਰੀਆ ਕ੍ਰਾਸ। ਜੇ ਕੋਈ ਅੰਗਰੇਜ਼ਾਂ ਦਾ ਸਿਪਾਹੀ ਸ਼ਹੀਦ ਹੋ ਜਾਂਦਾ ਉਹਨੂੰ ਵਿਕਟੋਰੀਆ ਕ੍ਰਾਸ ਨਾਲ ਖਿਤਾਬ ਅਤੇ ਨਵਾਜਿਆ ਜਾਂਦਾ ਸੀ। ਤੇ ਜਦੋਂ ਉਹਨਾਂ ਦਾ ਰਾਜ ਖਤਮ ਹੋ ਜਾਂਦਾ, ਆਪਣੇ ਵਾਲਿਆਂ ਦਾ ਆ ਜਾਂਦਾ, ਹੁਣ ਉਸੇ ਨੂੰ ਕੀ ਆਖਿਆ ਜਾਂਦਾ, ਪਰਮਵੀਰ ਚੱਕਰ। ਇਹ ਖਿਤਾਬ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਖਿਦਰਾਣੇ ਦੀ ਢਾਬ ਦੇ ਆਪਣੇ ਪਿਆਰਿਆਂ ਸਿੱਖਾਂ ਨੂੰ ਦਿੱਤੇ। ਮਹਾ ਸਿੰਘ ਦੀ ਮੁਕਤੀ ਕਰਕੇ, ਸਿੱਖੀ ਦੇ ਵਿੱਚ ਰਲਾ ਕੇ, ਉਹਦੀ ਇੱਛਾ ਪੂਰੀ ਕਰਕੇ, ਉੱਥੋਂ ਮਹਾਰਾਜ ਜੀ ਹੁਣ ਦਾਨਾ ਬਰਾੜ ਨਾਲ ਸੀ। ਜਦੋਂ ਅਗਾਂਹ ਤੁਰੇ ਪਤਾ ਲੱਗਦਾ ਨਾ ਕਿ ਪਿੱਛੇ ਵਜੀਦ ਖਾਨ ਆਉਂਦਾ, ਦਾਨੇ ਬਰਾੜ ਦਾ ਮੁੰਡਾ ਵੀ ਨਾਲ ਸੀ। ਦਾਨੇ ਬਰਾੜ ਦੇ ਮੁੰਡੇ ਨੇ ਨਾ ਕਿਤੇ ਮਹਾਰਾਜ ਜੀ ਦੇ ਘੋੜੇ ਨੂੰ ਛਾਂਟਾ ਮਾਰ ਦਿੱਤਾ ਕਿ ਤੇਜ਼ ਚੱਲੇ। ਮਹਾਰਾਜ ਆਨੰਦ ਨਾਲ ਹੌਲੀ ਹੌਲੀ ਜਾ ਰਹੇ ਸਨ, ਕੋਈ ਡਰ ਨਹੀਂ, ਭੈ ਨਹੀਂ, ਫਿਕਰ ਨਹੀਂ। ਉਹਨੇ ਆਖਿਆ ਘੋੜਾ ਹੌਲੀ ਜਾ ਰਿਹਾ, ਜਲਦੀ ਜਲਦੀ ਅਗਾਂਹ ਚੱਲੀਏ। ਉਹਨੇ ਘੋੜੇ ਨੂੰ ਮਾਰ ਦਿੱਤਾ ਛਾਂਟਾ, ਸੋਟੀ ਮਾਰ ਦਿੱਤੀ। ਮਹਾਰਾਜ ਕਹਿਣ ਲੱਗਿਆ ਤੇਰੀ ਔਲਾਦ ਮਰੇ। ਇੰਨਾ ਕੁ ਮਹਾਰਾਜ ਜੀ ਨੇ ਕਹਿ ਦਿੱਤਾ। ਦਾਨਾ ਸੁਣ ਕੇ ਕੰਬ ਗਿਆ। ਜਦੋਂ ਕੰਬ ਗਿਆ ਉਹ ਭੱਜ ਕੇ ਘੋੜੇ ਦੇ ਮੂਹਰੇ ਹੋਇਆ, ਉਹਨੇ ਹੱਥ ਬੰਨ ਲਏ, ਕਹਿਣ ਲੱਗਿਆ ਮਹਾਰਾਜ ਮੇਰੇ ਪੁੱਤਰ ਤੋਂ ਬਹੁਤ ਭਾਰੀ ਗਲਤੀ ਹੋ ਗਈ, ਜਿਹੜਾ ਨੇ ਘੋੜੇ ਦੇ ਤੁਹਾਡੇ ਸੋਟੀ ਜਾਂ ਛਾਂਟਾ ਮਾਰਿਆ ਏ। ਮਹਾਰਾਜ ਤੁਸੀਂ ਮੇਰੇ ਪੁੱਤਰ ਨੂੰ ਸ਼ਰਾਪ ਦੇ ਦਿੱਤਾ, ਤੁਹਾਡਾ ਬਾਗ ਕਾਹਲਾ ਨਹੀਂ ਜਾਵੇਗਾ। ਮਹਾਰਾਜ ਕਹਿਣ ਲੱਗੇ ਕਦ ਸ਼ਰਾਪ ਦੇਤਾ ਭਾਈ? ਆਖੇ ਮਹਾਰਾਜ ਛਾਂਟਾ ਮਾਰਨ ਤੇ ਤੁਸੀਂ ਇੰਜ ਆਖਿਆ। ਸਤਿਗੁਰੂ ਮਹਾਰਾਜ ਕਹਿਣ ਲੱਗੇ ਪਿਆਰਿਆ, ਉਹ ਕੋਈ ਪਿਤਾ ਆਪਣੇ ਪੁੱਤਰ ਨੂੰ ਕਦੇ ਸ਼ਰਾਪ ਦੇ ਦਿੰਦਾ ਤੇ ਇੰਜ ਹੀ ਕਹੋਗੇ ਆ ਜਾ ਘਬਰਾ ਨਾ, ਪਰ ਉਹਦਾ ਮਨ ਨਾ ਮੰਨਿਆ, ਪਿੱਛੇ ਆਈ ਗਿਆ ਨੀਵੀਂ ਪਾ ਕੇ। ਮਹਾਰਾਜ ਨੇ ਉਹਦੇ ਵੱਲ ਤੱਕਿਆ, ਦਾਨੇ ਵੱਲ। ਹੁਣ ਜਿਹਨੂੰ ਆਵਾਜ਼ ਮਾਰੀ ਆ, ਦਾਨਿਆ ਕੀ ਗੱਲ ਅਜੇ ਵੀ ਅਫਸੋਸਿਆ ਜਿਹਾ? ਕਹਿਣ ਲੱਗਿਆ ਮਹਾਰਾਜ ਤੁਹਾਡਾ ਵਾਕ ਕਦੇ ਵਿਅਰਥਾ ਨਹੀਂ ਜਾਵੇਗਾ, ਬਖਸ਼ ਲਓ ਮੇਰੇ ਖਾਨਦਾਨ ਨੂੰ। ਫਿਰ ਮਹਾਰਾਜ ਨੇ ਉਹਨੂੰ ਸਮਝਾਇਆ ਸਮੇਂ ਦੇ ਹਾਲਾਤ ਕੇ ਦਾਨਿਆ ਘਬਰਾ ਨਾ, ਸੀ ਕੋਈ ਸ਼ਰਾਪ ਨਹੀਂ ਦਿੱਤਾ, ਕੋਈ ਪਿਤਾ ਆਪਣੇ ਪੁੱਤਰ ਨੂੰ ਕਦੇ ਸ਼ਰਾਪ ਨਹੀਂ ਦਿਆ ਕਰਦਾ। ਸਮੇਂ ਦੇ ਹਾਲਾਤ ਐਸੇ ਨੇ, ਦੇਖਣ ਵਾਲਿਆਂ ਨੂੰ ਇੰਜੇ ਲੱਗ ਰਿਹਾ ਅੱਜ ਜਦੋਂ ਕਦੇ ਜੰਗਲ ਵਿੱਚ ਅੱਗ ਲੱਗੀ ਹੋਵੇ ਜਾਂ ਖਤਰਾ ਹੋਵੇ ਨਾ, ਸ਼ੇਰ ਅਤੇ ਸ਼ੇਰਨੀ ਆਪਣੇ ਬੱਚਿਆਂ ਨੂੰ ਪਤਾ ਕਿਵੇਂ ਲੈ ਜਾਂਦੇ ਨੇ, ਮੂੰਹ ਵਿੱਚ ਪਾ ਕੇ, ਮੂੰਹ ਵਿੱਚ ਚੱਕ ਕੇ ਲੈ ਕੇ ਜਾਂਦੇ ਨੇ। ਜੇ ਉਹਨਾਂ ਨੂੰ ਕੋਈ ਦੇਖ ਲਵੇ, ਦੇਖਣ ਵਾਲੇ ਸਮਝਦੇ ਨੇ ਕਿ ਸ਼ਾਇਦ ਇਹ ਸ਼ੇਰ ਜਾਂ ਸ਼ੇਰਨੀ ਆਪਣੇ ਬੱਚਿਆਂ ਨੂੰ ਖਾ ਜਾਣਗੇ, ਜਦ ਕਿ ਇੰਜ ਨਹੀਂ ਹੁੰਦਾ। ਉਹ ਕਿਤੇ ਸੁਰੱਖਿਅਤ ਜਗ੍ਹਾ ਦੇ ਉੱਤੇ ਲਿਜਾ ਹੋ ਰਹੇ ਨਾ, ਜੋ ਸਮੇਂ ਦੇ ਹਾਲਾਤ ਐਸੇ ਬਣੇ ਨੇ, ਤੇਰੇ ਪੁੱਤਰ ਨੂੰ ਕੋਈ ਸ਼ਰਾਪ ਨਹੀਂ। ਫਿਰ ਦਾਨੇ ਦੀ ਤਸੱਲੀ ਹੋਈ ਸੀ। ਹੁਣ ਦਾਨਾ ਬਰਾੜ ਮਹਾਰਾਜ ਜੀ ਨੇ ਕਪੂਰੇ ਤੋਂ ਨਾਲੇ ਸੀ, ਇਹਨੇ ਮੁਕਤਸਰ ਦੀ ਜੰਗ ਵੀ ਲੜੀ। ਅੱਗੇ ਜਾ ਕੇ ਮਾਫ ਕਰਨਾ, ਪਹਿਲਾਂ ਹੀ ਬੇਨਤੀ ਕਰਦੇ ਹਾਂ, ਹਜੂਰ ਸਾਹਿਬ ਤੱਕ ਨਾਲ ਰਹਿੰਦਾ। ਇਹ ਉਹੀ ਦਾਨਾ ਏ। ਦਾਨੇ ਨੂੰ ਹੁਣ ਮਹਾਰਾਜ ਜੀ ਨੇ ਕੋਲ ਬੁਲਾਇਆ, ਕੋਲ ਸੱਚੇ ਪਾਤਸ਼ਾਹ ਕਹਿਣ ਲੱਗੇ ਨੇ ਕਿ ਦਾਨਿਆ ਤੂੰ ਇਹਨਾਂ ਦਾ ਮੁਖੀ ਹੈ, ਸਰਦਾਰ ਹੈ ਬਰਾੜਾਂ ਦਾ, ਤੂੰ ਦੱਸ ਤੈਨੂੰ ਰੋਜ਼ਾਨਾ ਦੀ ਜਾਂ ਮੰਥਲੀ ਕਿਹੜੇ ਹਿਸਾਬ ਦੇ ਨਾਲ ਤਨਖਾਹ ਚਾਹੀਦੀ ਹੈ? ਉਹ ਹੱਥ ਜੋੜ ਲਏ ਨੇ, ਲੋਹੀ ਕੜਿਆ ਗਈ, ਬੈਰਾਗ ਆ ਗਿਆ। ਕਹਿਣ ਲੱਗਿਆ ਮਹਾਰਾਜ ਮੇਰਾ ਹਿਸਾਬ ਕਿਤਾਬ ਤਾਂ ਕਰੋ ਜੇ ਮੈਂ ਤੁਹਾਤੋਂ ਮਾਇਆ ਮੰਗੀ ਹੋਵੇ। ਮਹਾਰਾਜ ਮੈਂ ਤੁਹਾਤੋਂ ਕਦੋਂ ਤਨਖਾਹ ਮੰਗੀ ਆ? ਮੈਂ ਤਾਂ ਮੰਗੀ ਹੋਣੀ। ਔਰ ਮਹਾਰਾਜ ਦੂਜੀ ਗੱਲ ਮੈਨੂੰ ਇਹਨਾਂ ਨਾਲ ਨਾ ਰਲਾਓ ਸੱਚੇ ਪਾਤਸ਼ਾਹ। ਸੁਣ ਕੇ ਦਾਨ ਸਿੰਘ ਹੱਥ ਜੋੜੇ, ਦੂਧ ਪੂਤ ਧਨ ਘਰ ਸਭ ਮੋਰੇ, ਕਿਰਪਾ ਕਰੋ ਸਿੱਖੀ ਮੋਹੇ ਦੀਜੈ, ਆਪਣੋ ਜਾਨ ਬਖਸ਼ ਕਰ ਲੀਜੈ। ਤੇ ਮਹਾਰਾਜ ਜੀ ਨੂੰ ਨੇ ਇਹ ਵੀ ਬੇਨਤੀ ਕੀਤੀ, ਸੱਚੇ ਪਾਤਸ਼ਾਹ ਮੈਨੂੰ ਬੜੀ ਸ਼ਰਮਿੰਦਗੀ ਆ ਰਹੀ ਹੈ ਤੇ ਇਹ ਕਬੀਲੇ ਵਾਲਿਆਂ ਦੇ ਨਾਲ ਮੇਰੀ ਅੱਜ ਤੁਲਨਾ ਨਾ ਕਰੋ।
दान सिंह कहे कृपा करीजै इनके साथ ना मुहेर लीजै। महाराज ਇਹ ਮੇਰੇ ਭਰਾ ਜ਼ਰੂਰ ਨੇ ਪਰ ਇਹਨਾਂ ਦੇ ਨਾਲ ਮੈਨੂੰ ਨਾ ਰਲਾਓ। ਮਹਾਰਾਜ ਇਹਨਾਂ ਕਰਕੇ ਅੱਜ ਮੇਰੀ ਕੁੱਲ ਸਾਰੀ ਬਰਾੜ ਕੌਮ ਨੂੰ ਦਾਗ ਲੱਗ ਗਿਆ, ਧੱਬਾ ਲੱਗ ਗਿਆ, ਕਲੰਕ ਲੱਗ ਗਿਆ। ਮਹਾਰਾਜ ਦਾਨਿਆ ਇਹਨਾਂ ਨਾਲੋਂ ਵੱਖ ਨਾ ਹੋ ਤਾਂ ਕੱਲ ਨੂੰ ਭਰਾਵਾਂ ਦੇ ਨਾਲ ਵਰਤਣਾ। ਸਾਰਿਆਂ ਨੇ ਮਾਇਆ ਲੈ ਲਈ, ਤੂੰ ਦੱਸ ਤੇਰੀ ਕਿੰਨੀ ਬਣਦੀ ਆ। ਲੋਕ ਕਹਿਣ ਲੱਗਾ ਮਹਾਰਾਜ ਫਿਰ ਜੇ ਕੁਝ ਦੇਣਾ ਹੀ ਆ ਮੈਂ ਇੱਕ ਚੀਜ਼ ਨਹੀਂ ਲੈਣੀ, ਮੈਂ ਤਾਂ ਦੋ ਲੈਣੀਆਂ। ਮਹਾਰਾਜ ਕਹਿਣ ਲੱਗੇ ਤੂੰ 1000 ਮੰਗ ਲੈ। ਉਹ ਕੀ ਮੰਗਦਾ ਤੇ ਮਹਾਰਾਜ ਕੀ ਕਹਿ ਰਹੇ ਨੇ ਸੁਣਿਓ ਜਰਾ।
ਤਨਖਾਹ ਕਿੰਨੀਆਂ ਲੈ ਲਓ। ਕਹਿੰਦਾ ਮਹਾਰਾਜ ਫਿਰ ਜੇ ਇੰਨੇ ਤੁੱਠਿਓ ਚੀਜ਼ਾਂ ਦੋ ਚਾਹੀਦੀਆਂ ਨੇ। ਦਾਨ ਸਿੰਘ ਕਹੇ ਕਿਰਪਾ ਕਰੀਜੈ, ਇਨਕੇ ਸਾਥ ਨਾ ਮੋਹੇ ਰਲੀਜੈ। ਮਹਾਰਾਜ ਇੱਕ ਤਾਂ ਇਹਨਾਂ ਨਾਲ ਨਾ ਮੈਨੂੰ ਰਲਾਓ, ਜੇ ਰਲਾਉਣਾ ਹੀ ਆ ਤਾਂ ਮੇਰੀ ਬੇਨਤੀ ਇਹੀ ਆ, ਤੇ ਮੈਂ ਅਜੇ ਅੰਮ੍ਰਿਤ ਛਕਿਆ ਵੀ ਨਹੀਂ ਤੇ ਤੁਸੀਂ ਮੈਨੂੰ ਦਾਨ ਸਿੰਘ ਕਹਿ ਕੇ ਬੁਲਾਉਂਦੇ ਹੋ। ਦਾਨਾ ਅਜੇ 9 ਵੱਜਦਾ ਸੀ, ਉਹਦਾ ਸਿੰਘ ਨਹੀਂ ਸਜਿਆ। ਮਹਾਰਾਜ ਅਜੇ ਮੈਂ ਅੰਮ੍ਰਿਤ ਛਕਿਆ ਵੀ ਨਹੀਂ ਤੇ ਕਹਿੰਦੇ ਵੀ ਮੈਨੂੰ ਦਾਨ ਸਿੰਘ ਹੋ, ਤੇ ਸੱਚੀਓ ਸਿੰਘ ਬਣਾ ਲਓ। ਇੱਕ ਤਾਂ ਮੈਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰੋ, ਤੇ ਦੂਸਰੀ ਗੱਲ ਮਹਾਰਾਜ ਆ ਜਿਹੜੀ ਮੇਰੀ ਕੌਮ ਨੇ ਭਰਾਵਾਂ ਨੇ ਗਲਤੀ ਕੀਤੀ ਆ, ਜੇ ਟੁੱਟੇ ਹੋ ਮੇਰੀ ਬੇਨਤੀ ਆ ਕਿ ਇਹਨਾਂ ਨੂੰ ਮਾਫ ਕਰ ਦਿਓ। ਮਹਾਰਾਜ ਕਹਿਣ ਲੱਗੇ ਦਾਨਿਆ ਤੂੰ ਕਮਾਲ ਕਰ ਦਿੱਤੀ, ਕਮਾਲ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਜਿਮ ਸਭ ਮਾਝੇ ਕੀ ਵਡਿਆਈ, ਮਹਾ ਸਿੰਘ ਨੇ ਰੱਖ ਵਿਖਾਈ। ਵਾਹ ਜੀ ਵਾਹ। 40 ਟੁੱਟਿਆਂ ਨੂੰ ਜਿਵੇਂ ਮਹਾ ਸਿੰਘ ਨੇ ਜੋੜ ਲਿਆ ਸੀ ਨਾ, ਟੁੱਟਿਆਂ ਹੋਇਆਂ ਨੂੰ, ਜਿਮ ਸਭ ਮਾਝੇ ਕੀ ਵਡਿਆਈ, ਮਹਾ ਸਿੰਘ ਨੇ ਰੱਖ ਵਿਖਾਈ, ਦੇਸ਼ ਮਾਲਵੇ ਕੀ ਅਬ ਰਾਖੀ। ਉਵੇਂ ਤੂੰ ਅੱਜ ਮਾਲਵੇ ਦੀ ਰੱਖ ਲਈ ਐ, ਉਪਜੈ ਸਿੱਖੀ ਕੇ ਅਬਲਾਖੀ। ਹੁਣ ਇੱਥੇ ਬੜੇ ਸਿੱਖੀ ਦੇ ਪ੍ਰੇਮ ਪਿਆਰ ਕਰਨ ਵਾਲੇ ਉਪਜਣਗੇ। ਜਾ ਤੈਨੂੰ ਸਿੱਖੀ ਦੀ ਦਾਤ ਵੀ ਬਖਸ਼ਿਸ਼ ਕੀਤੀ ਅਤੇ ਤੇਰੀ ਬਰਾੜ ਕੌਮ ਨੂੰ ਮਾਫ ਵੀ ਕਰ ਦਿੱਤਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਇਹ ਸਨ ਸਮੇਂ ਦੇ ਰੰਗ। ਮਹਾਰਾਜ ਫਿਰ ਉਹਨੂੰ ਅੰਮ੍ਰਿਤ ਛਕਾਉਂਦੇ ਨੇ। ਇਤਿਹਾਸ ਕਹਿੰਦਾ ਕਿ ਅਜਮੇਰ ਸਿੰਘ ਉਹਦਾ ਨਾਮ ਰੱਖਿਆ ਮਹਾਰਾਜ ਨੇ, ਜਿਹੜਾ ਹਜੂਰ ਸਾਹਿਬ ਤੱਕ ਮਹਾਰਾਜ ਜੀ ਦੇ ਨਾਲ ਰਹਿੰਦਾ ਹੈ। ਤੇ 20 ਬਰਾੜਾਂ ਨੇ ਹੋਰ ਜਿਹੜੇ ਪਿਆਰ ਵਾਲੇ ਸਨ ਦਾਨਾ ਸਿੰਘ ਦੇ ਨਾਲ ਅੰਮ੍ਰਿਤ ਛਕ ਕੇ ਉਹ ਵੀ ਸਿੰਘ ਸਜੇ ਨੇ। ਹੁਣ ਇੱਥੇ ਬਹੁਤ ਸਾਰੇ ਘਰ ਨੂੰ ਚਲੇ ਗਏ ਨੇ। ਅਜੇ ਬਹੁਤ ਸਾਰੇ ਕਿ ਹੋ ਗੱਲਾਂ ਬਾਤਾਂ ਕੀਰੀਆਂ ਰੁਕੇ ਵੀ ਹੋਏ ਸਨ। ਮਹਾਰਾਜ ਨੇ ਆਖਿਆ ਭਾਈ ਆ ਜਿੰਨੀ ਪ੍ਰੇਮ ਭੇਟਾ ਆਈ ਆ ਬਾਕੀ ਬਚਦੀਆਂ ਨੂੰ ਇੱਥੇ ਹੀ ਦੱਬ ਦੋ। ਉਹ ਅਸ਼ਰਫੀਆਂ ਉੱਥੇ ਦਫਨਾ ਦਿੱਤੀਆਂ ਗਈਆਂ, ਦੱਬ ਦਿੱਤੀਆਂ ਗਈਆਂ। ਹੁਣ ਮਹਾਰਾਜ ਜੀ ਕਦੇ ਇੱਧਰ ਨੂੰ ਘੁੰਮਣ ਜਾਂਦੇ ਨੇ, ਕਦੇ ਇੱਧਰ ਨੂੰ ਜਾਂਦੇ ਨੇ। ਦਾਨ ਸਿੰਘ ਦਾ ਦਾਨਾ ਵਾਲਾ ਪਿੰਡ ਸੀ ਅੱਗੇ ਨਾਲ ਲੱਗਦਾ ਹੀ। ਮਹਾਰਾਜ ਨੇ ਉਹ ਜਦੋਂ ਦਵਾ ਦਿੱਤੀ, ਰਾਤ ਬਰਾਤੇ ਕਈ ਲੋਭੀਆਂ ਨੇ ਉਹਨੂੰ ਕੱਢਣ ਦਾ ਯਤਨ ਕੀਤਾ। ਜਦੋਂ ਜਗ੍ਹਾ ਪੁੱਟੀ ਗਈ, ਮਹਾਰਾਜ ਨੂੰ ਸਿੱਖਾਂ ਨੇ ਦੱਸਿਆ ਕਿ ਮਹਾਰਾਜ ਇਸ ਤਰੀਕੇ ਨਾਲ ਸ਼ਰਫੀਆਂ ਤਾਂ ਕੱਢ ਲਈਆਂ ਗਈਆਂ, ਜਾਂ ਕੱਢਣ ਦਾ ਯਤਨ ਕੀਤਾ। ਮਹਾਰਾਜ ਕਹਿਣ ਲੱਗੇ ਭਾਈ ਉਹ ਸ਼ਰਫੀਆਂ ਕਿਤੇ ਥੋੜੀ ਕੱਢ ਹੋਣੀਆਂ, ਉਹ ਤਾਂ ਪ੍ਰਮਾਤਮਾ ਦੇ ਦਰੋਂ ਘਰੋਂ ਵਰਸਾਈ ਹੋਈ ਕਿਤੇ ਮਾਇਆ ਆਈ ਸੀ। ਇਹ ਤਾਂ ਹੁਣ ਗੁਪਤੇ ਰਹੇਗੀ, ਕੋਈ ਕਿੰਨਾ ਹੀ ਪੱਟੀ ਜਾਵੇ ਇਹ ਨਹੀਂ ਨਿਕਲਣੀਆਂ। ਬੜਾ ਜ਼ੋਰ ਲਾਇਆ, ਇੱਧਰ ਨੂੰ ਪੱਟੀ, ਇੱਧਰ ਨੂੰ ਪੱਟੀ। ਪਤਾ ਸੀ ਨਾ ਕਿ ਇੱਥੇ ਦੱਬੀਆਂ ਨੇ, ਪਰ ਉਹ ਮਾਇਆ ਕਿਸੇ ਦੇ ਹੱਥ ਨਹੀਂ ਆਉਂਦੀ। ਮਹਾਰਾਜ ਕਹਿਣ ਲੱਗੇ ਇਹ ਨਹੀਂ ਆਉਣੀ, ਇਹ ਗੁਪਤੀ ਰਹੇਗੀ। ਇਹ ਲਫ਼ਜ਼ ਕਹਿਣ ਤੋਂ ਅੱਜ ਉਸ ਜਗ੍ਹਾ ਦਾ ਨਾਮ ਗੁਰਦੁਆਰਾ ਸ਼੍ਰੀ ਗੁਪਤਸਰ ਸਾਹਿਬ ਹੈ। ਜਿਹੜੀ ਮਾਇਆ ਸੁਜਾਨ ਸਿੰਘ ਸਿੱਖ ਕਬੀਰ ਵਾਸੀ ਲੈ ਕੇ ਆਇਆ ਸੀ, ਉੱਥੇ ਦਬਨਾ ਦਿੱਤੀ ਜਾਂਦੀ ਆ। ਉੱਥੋਂ ਅੱਗੇ ਜਾ ਕੇ ਦਾਨ ਸਿੰਘ ਬੇਨਤੀ ਕਰਦਾ ਕਿ ਮਹਾਰਾਜ ਕਿਰਪਾ ਕਰੋ ਮੇਰੇ ਘਰ ਚਰਨ ਪਾਓ। ਸ਼ਾਮ ਹੋਈ ਹੁੰਦੀ ਆ। ਮਹਾਰਾਜ ਕਹਿਣ ਲੱਗੇ ਇੱਕ ਤਾਂ ਦੇਖੋ ਮੌਸਮ ਬੜਾ ਸੁਹਾਵਣਾ, ਤੇ ਦੂਜਾ ਰਹਿ ਰਾਤ ਦਾ ਸਮਾਂ ਹੋ ਗਿਆ, ਇੱਥੇ ਹੀ ਰੁਕਦੇ ਆ। ਮਹਿਮੇ ਸਰਜੇ ਵਾਲਾ ਚੌਧਰੀ ਆਇਆ ਸੂਮਾ, ਉਹ ਘਰੋਂ ਬੂਰੀ ਮੱਝ ਦਾ ਦੁੱਧ ਲੈ ਕੇ ਆਇਆ। ਉਹਨੇ ਮਹਾਰਾਜ ਨੂੰ ਬੜੇ ਪ੍ਰੇਮ ਨਾਲ ਭੇਟ ਕੀਤਾ। ਮਹਾਰਾਜ ਦੇਖ ਕੇ ਕਹਿਣ ਲੱਗੇ ਸੂਮਿਆ ਬੂਰੀ ਮੱਝ ਦਾ ਦੁੱਧ ਲੈ ਕੇ ਆਇਆ। ਜਦੋਂ ਮਹਾਰਾਜ ਨੇ ਸੱਚੀ ਗੱਲ ਦੱਸ ਦਿੱਤੀ, ਉਹ ਇੰਨਾ ਕਾਇਲ ਹੋ ਗਿਆ, ਤਨ ਮਨ ਮਹਾਰਾਜ ਜੀ ਦੇ ਉੱਤੇ ਨਿਸ਼ਾਵਰ ਕਰ ਦਿੱਤਾ ਸਚਾਈ ਜਾਣ ਕੇ ਕਿ ਵਾਕਈ ਮਹਾਰਾਜ ਜੀ ਤਾਂ ਬੜੇ ਜਾਣੀ ਜਾਣ ਨੇ, ਪਹਿਲੀ ਵਾਰ ਮਿਲਿਆ ਸੀ ਨਾ। ਤੇ ਜਦੋਂ ਦੂਜੇ ਦਿਨ ਵੀ ਦੁੱਧ ਲੈ ਆਇਆ, ਫੇਰ ਮਹਾਰਾਜ ਨੇ ਆਖਿਆ ਵਾਹ ਵਾਹ ਅੱਜ ਫੇਰ ਬੂਰੀ ਮੱਝ ਦਾ। ਉਹਨੇ ਫਿਰ ਤੀਸਰੇ ਦਿਨ ਜਾ ਕੇ ਦੁੱਧ ਬਦਲਤਾ ਵੀ ਦੇਖਾਂ, ਅੰਦਾਜ਼ਾ ਹੀ ਆ ਕਿ ਮਹਾਰਾਜ ਨੂੰ ਪਤਾ ਤੀਜੇ ਦਿਨ ਕਾਲੀ ਮੱਝ ਦਾ ਲਿਆਇਆ ਜਾਣ ਕੇ, ਤੇ ਮਹਾਰਾਜ ਨੂੰ ਲਿਆ ਕੇ ਭੇਂਟ ਕੀਤਾ। ਲਓ ਮਹਾਰਾਜ ਫੇਰ ਉਹੀ ਉਹ ਦੁੱਧ ਆ। ਸਤਿਗੁਰੂ ਕਹਿਣ ਲੱਗਿਆ ਜੋਈ ਉਹ ਨਹੀਂ, ਅੱਜ ਤੱਕ ਕਾਲੀ ਮੱਝ ਦਾ ਦੁੱਧ ਹੈ। ਤੇ ਭੱਜ ਕੇ ਮਹਾਰਾਜ ਜੀ ਦੇ ਚਰਨ ਫੜ ਲੈਂਦਾ। ਸਤਿਗੁਰੂ ਕਹਿਣ ਲੱਗੇ ਸੂਮਿਆ ਤੂੰ ਕਰਾਮਾਤਾਂ ਦੇਖਣੀਆਂ ਚਾਹੁੰਦਾ? ਉਹ ਕੰਬ ਵੀ ਜਾਂਦਾ ਕਿਰਾ। ਮਹਾਰਾਜ ਮੇਰੇ ਤੋਂ ਭੁੱਲ ਹੋ ਗਈ, ਕਿਤੇ ਮੇਰੀ ਘਰ ਵਾਲੀ ਨੇ ਬਦਲਤਾ ਹੋਣਾ, ਘਬਰਾ ਨਾ। ਮਹਾਰਾਜ ਕਹਿਣ ਲੱਗੇ ਕਰਾਮਾਤਾਂ ਦੇਖਣੀਆਂ ਚਾਹੁੰਦਾ? ਇਹ ਜਿਸ ਧਰਤੀ ਤੇ ਬੈਠਿਆ ਕਦੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ ਸਨ, ਇਹਨੂੰ ਬਾਹਰ ਜਿਹੜਾ ਆ ਕੇ ਇੱਥੇ ਅਨੇਕਾਂ ਪਹਾੜ ਜਪਜੀ ਸਾਹਿਬ ਦੇ ਕਰੇਗਾ, ਕਰਾਮਾਤਾਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੋਵੇਗਾ। ਉਸ ਜਗ੍ਹਾ ਨੂੰ ਮਹਾਰਾਜ ਜੀ ਨੇ ਇਹ ਵੀ ਵਰ ਦਿੱਤਾ ਹੈ। ਫਿਰ ਅੱਗੇ ਆਪ ਜੀ ਡੱਲੇ ਦੀ ਹੱਦ ਵਿੱਚ ਜਾਂਦੇ ਆ, ਜਿੱਥੇ ਮਾਤਾਵਾਂ ਆ ਕੇ ਮਿਲਦੀਆਂ ਨੇ, ਸਾਹਿਬ ਕੌਰ ਤੇ ਸੁੰਦਰ ਕੌਰ ਦਮਦਮਾ ਸਾਹਿਬ ਦੀ ਧਰਤੀ ਤੇ। ਉੱਥੋਂ ਅੱਗੇ ਹਜੂਰ ਤੱਕ ਸਾਹਿਬ ਦਾ ਸਫ਼ਰ ਜਿੰਨਾ ਵੀ ਮਹਾਰਾਜ ਜੀ ਦਾ, ਬਹੁਤ ਸਾਰੀਆਂ ਸਾਖੀਆਂ ਘਟਨਾਵਾਂ ਨੇ ਜਿਹੜੀਆਂ ਮਾਫ ਕਰਨਾ ਅਜਿਹੀਆਂ ਵੀ ਨੇ ਜਿਹੜੀਆਂ ਅੱਗੇ ਨਹੀਂ ਆ ਸਕੀਆਂ, ਸਾਹਮਣੇ ਨਹੀਂ ਆ ਸਕੀਆਂ। ਅਨੰਦਪੁਰ ਸਾਹਿਬ ਦੀਆਂ ਵੀ ਬਹੁਤ ਨੇ, ਅਸੀਂ ਵੀ ਮਾਫੀ ਚਾਹੁੰਦੇ ਹਾਂ ਸਮੇਂ ਦੀ ਸ਼ਾਰਟੇਜ ਕਰਕੇ, ਅਸੀਂ ਵੀ ਉਹਨਾਂ ਪੂਰੀਆਂ ਨੂੰ ਕਹਿ ਨਹੀਂ ਸਕੇ। ਕਦੇ ਫਿਰ ਸਮਾਂ ਮਿਲਿਆ ਕਹਿਣ ਦਾ ਯਤਨ ਕਰਾਂਗੇ। ਇਹ ਸੀ ਪ੍ਰਸੰਗ ਸਮੇਂ ਦੇ ਹਾਲਾਤਾਂ ਦਾ, ਕਿਵੇਂ ਮਹਾਰਾਜ ਜੀ ਦੇ ਅੰਗ ਸੰਗ ਸਦਾ ਪ੍ਰਮਾਤਮਾ ਰਿਹਾ, ਕਿਵੇਂ ਹੀਲਾ ਵਸੀਲਾ ਕੀਤਾ। ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਵੇਰ ਦੁਪਹਿਰ ਅਤੇ ਐਤਵਾਰ ਦੇ ਵਿਸ਼ੇਸ਼ ਦੀਵਾਨਾਂ ਦੀਆਂ ਹਾਜ਼ਰੀਆਂ ਭਰੀਆਂ। ਤੁਹਾਡਾ ਆਪਣਾ ਢਾਡੀ ਯਥਾ ਦਾਸ ਗਿਆਨੀ ਅਵਤਾਰ ਸਿੰਘ ਆਲਮ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਾਲੇ ਖੰਨੇ ਦੇ ਲਾਗੇ ਪਿੰਡ ਗੋਡਲਾ ਬਰਲਾ,
ਦਰਸ਼ਨ ਸਿੰਘ ਦਰਸ਼ੀ ਰਾਮਗੜ੍ਹ ਕੁਹਾੜਾ ਲੁਧਿਆਣਾ ਜ਼ਿਲ੍ਹਾ। ਇੱਧਰ ਦਰਸ਼ਨ ਸਿੰਘ ਦਲਗੀਰ ਮੇਰਾ ਆਪਣਾ ਭਰਾ ਸਰੰਗੀ ਮਾਸਟਰ ਰਣਜੀਤ ਸਿੰਘ ਲੱਖਾ ਲਗਭਗ ਪਿਛਲੇ ਪੌਣੇ 6 ਮਹੀਨਿਆਂ ਤੋਂ 9 ਅਪ੍ਰੈਲ ਨੂੰ ਇੱਥੇ ਪਹੁੰਚ ਗਏ ਸੀ। 10 ਅਪ੍ਰੈਲ ਨੂੰ ਪਹਿਲਾ ਪ੍ਰੋਗਰਾਮ ਲਾਇਆ ਸੀ ਵਿਸਾਖੀ ਦੇ ਮੌਕੇ ਤੇ। ਲਗਾਤਾਰ ਆਪ ਰੱਬ ਵਰਗੀਆਂ ਸਿੱਖ ਸੰਗਤਾਂ ਦੀ ਸੇਵਾਵਾਂ ਦੇ ਵਿੱਚ ਹਾਜ਼ਰ ਹੈ। ਗੁਰੂ ਇਤਿਹਾਸ ਬੋਲਦਿਆਂ ਇੱਕ ਨਹੀਂ ਅਨੇਕਾਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਬੇਅਦਬੀਆਂ ਹੋ ਗਈਆਂ ਹੋਣਗੀਆਂ, ਕਿਉਂਕਿ ਜੀਭਾ ਜਿਹੜੀ ਗਿੱਲੀ ਜਗ੍ਹਾ ਪਈ ਹੈ, ਕਈ ਵਾਰ ਜਦੋਂ ਬੋਲਦਿਆਂ ਸਲਿੱਪ ਹੋ ਜਾਵੇ, ਇੱਧਰ ਦੀ ਜਗ੍ਹਾ ਇੱਧਰ ਪਲਟ ਜਾਵੇ ਤਾਂ ਸ਼ਬਦ ਦਾ ਅਰਥ ਉਲਟ ਤੇ ਹੋਰੇ ਹੋ ਜਾਂਦਾ। ਇਸ ਲਈ ਗੁਰੂ ਅਤੇ ਸੰਗਤ ਬਖਸ਼ਣਯੋਗ ਹਨ। ਸਤਿਕਾਰਯੋਗ ਬੀਬੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ, ਬਜ਼ੁਰਗ ਸਾਹਿਬਾਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਦੀਵਾਨਾਂ ਦੇ ਵਿੱਚ ਗੁਰੂ ਜਸ ਕੀਰਤਨ ਸਰਵਣ ਕਰਦੇ ਰਹੇ ਨੇ। ਤੇ ਗੁਰੂ ਮਹਾਰਾਜ ਕਿਰਪਾ ਕਰਨ, ਸਦਾ ਹੀ ਆਪ ਜੀ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਦੇ ਵਿੱਚ ਲੱਗੇ। ਇਸੇ ਹੀ ਤਰ੍ਹਾਂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਰਾ ਜੀਵਨ ਆਪ ਜੀ ਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖਣ, ਨਾਮਦਾਨ ਦੀਆਂ ਦਾਤਾਂ ਸਦਾ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਸਮੁੱਚੀ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਵੇਂ ਸਾਰੀ ਕਮੇਟੀ ਸਾਹਿਬਾਨ ਮੈਂਬਰਾਂ ਦਾ ਨਾਮ ਲੈਣ ਲੱਗਾ ਬਹੁਤ ਸਮਾਂ ਲੱਗ ਜਾਵੇਗਾ। ਮਲਕੀਤ ਸਿੰਘ ਜੀ ਧਾਮੀ ਸਾਹਿਬ, ਉਹਨਾਂ ਦੀ ਸਮੂਹ ਜਿਹੜੀ ਕਮੇਟੀ ਆ, ਐਗਜ਼ੈਕਟਿਵ ਕਮੇਟੀ ਆ, ਸਾਰੀ ਕਮੇਟੀ ਦਾ ਦਾਸ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਸਾਨੂੰ ਵਿਸ਼ੇਸ਼ ਤੌਰ ਤੇ ਸੱਦਾ ਪੱਤਰ ਭੇਜ ਕੇ ਆਪ ਰੱਬ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਕਰਵਾਏ ਨੇ। ਅਤੇ ਫਿਰ ਵੀ ਆਸ ਕਰਦੇ ਹਾਂ ਕਿ ਜਦੋਂ ਕਦੇ ਉਹਨਾਂ ਦਾ ਹੁਕਮ ਹੋਵੇਗਾ ਆਪ ਰੱਬ ਦੀਆਂ ਸਿੱਖ ਸੰਗਤਾਂ ਦੀ ਆ ਕੇ ਸੇਵਾ ਕਰਾਂਗੇ। ਸਮੁੱਚੀ ਪ੍ਰਬੰਧਕ ਕਮੇਟੀ ਦਾ ਹੈੱਡ ਗ੍ਰੰਥੀ ਸਾਹਿਬ ਜੀ, ਉਹਨਾਂ ਦਾ ਸਾਡੇ ਸਤਿਕਾਰਯੋਗ ਵੀਰ ਜੀ ਗਗਨਦੀਪ ਸਿੰਘ ਜੀ ਗ੍ਰੰਥੀ ਸਾਹਿਬ, ਮਲਾਗਰ ਸਿੰਘ ਜੀ ਤੇ ਰਾਜ ਭੇਲਾ ਜੀ, ਜਿਨ੍ਹਾਂ ਦੇ ਯਤਨਾਂ ਦਾ ਸਦਕਾ ਰੱਬ ਦੀਆਂ ਸਿੱਖ ਸੰਗਤਾਂ ਦੇ ਦਰਸ਼ਨ ਹੋ ਰਹੇ ਨੇ, ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਾਧ ਸੰਗਤ ਜੀ, ਇੱਕ ਵਾਰ ਫਿਰ ਮਾਫੀ ਮੰਗਦੇ ਹਾਂ ਭੁੱਲਾਂ ਚੁੱਕਾਂ ਦੀ ਜੇ ਕਿਤੇ ਹੋ ਗਈ ਵੀ ਹੋਵੇ, ਕਿਉਂਕਿ ਜੋ ਸਟੇਜਾਂ ਤੋਂ ਕੋਈ ਰਾਗੀ ਢਾਡੀ ਬੋਲ ਜਾਂਦਾ ਉਹਦਾ ਜੋ ਸਾਧ ਸੰਗਤ ਜੀ ਨੈਗੇਟਿਵ ਪੱਖ ਹੁੰਦਾ ਉਹਨੂੰ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ, ਪੋਜ਼ਿਟਿਵ ਵੀ ਬਥੇਰੇ ਹੁੰਦੇ ਆ, ਉਹਨਾਂ ਵਿੱਚੋਂ ਕੋਈ ਨਾ ਕੋਈ ਚੁਣ ਲਿਆ ਜਾਵੇ। ਅਸੀਂ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਣਨਾ ਹੈ ਤੇ ਸਦਾ ਹੀ ਦਾਸ ਇਹ ਬੇਨਤੀ ਕਰ ਰਿਹਾ ਕਿ ਆਸੇ ਪਾਸੇ ਨੂੰ ਛੱਡ ਕੇ ਸਮੁੱਚੀ ਪ੍ਰਬੰਧਕ ਕਮੇਟੀ ਦੇ ਬਾਬਾ ਜੀ ਵੀ ਇਹੀ ਕਹਿੰਦੇ ਨੇ ਕਿ ਗੁਰਬਾਣੀ ਤੋਂ ਬਿਨਾਂ ਕਿਸੇ ਹੋਰ ਦਾ ਓਟ ਆਸਰਾ ਅਸੀਂ ਲੈਣਾ ਨਹੀਂ ਹੈ, ਕਿਉਂਕਿ ਜਦ ਸਾਡੇ ਕੋਲ 1430 ਅੰਗਾਂ ਦੀ ਕਲੀ ਮੌਜੂਦ ਆ, ਜੋ ਮੰਗੋ ਮਿਲੇਗਾ, ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਸੋਈ ਦੇਵਾ, ਮੰਗਣ ਦੀ ਵੀ ਲੋੜ ਨਹੀਂ, ਉਹ ਤਾਂ ਬਿਨਾਂ ਮੰਗੇ ਹੀ ਦੇ ਹੀ ਜਾਂਦਾ। ਮਾਪੇ ਨਹੀਂ ਮੰਗੇ ਦੇ ਦਿੱਤੇ, ਜੀਵਨ ਨਹੀਂ ਮੰਗਿਆ ਦੇ ਦਿੱਤਾ, ਅੰਗ ਪੈਰ ਨਹੀਂ ਮੰਗੇ ਦੇ ਦਿੱਤੇ, ਹੋਰ ਬੜਾ ਕੁਝ ਏਦਾਂ। ਜੇ ਅਸੀਂ ਡਿਟੇਲ ਕਿਹਨਾਂ ਚੀਜ਼ਾਂ ਦੀ ਬਣਾਉਣੀ ਹੈ, ਜਿਹੜੀਆਂ ਚੀਜ਼ਾਂ ਸਾਨੂੰ ਮਿਲਦੀਆਂ ਨਹੀਂ, ਜਿਹੜੀਆਂ ਮਿਲੀਆਂ ਜੇ ਕਿਤੇ ਉਹਨਾਂ ਦੀ ਡਿਟੇਲ ਬਣਾਈਏ, ਉਹਨਾਂ ਤੇ ਬੜਾ ਸ਼ੁਕਰਾਨਾ ਕੀਤਾ ਜਾ ਸਕਦਾ। ਅੰਗੂਠੇ ਦਾ ਹੀ ਸ਼ੁਕਰਾਨਾ ਬੜਾ ਕੀਤਾ ਜਾ ਸਕਦਾ। ਪਹਿਲਾਂ ਵੀ ਬੇਨਤੀ ਕਰਦੇ ਹਾਂ, ਅੰਗੂਠਾ ਨਾ ਹੋਵੇ ਹੱਥ ਦੇ ਨਾਲ ਐਜੈਕਟਾਂ ਦੇ ਬਟਨ ਕਿੱਦਾਂ ਲਾਉਣੇ ਸੀ, ਫੀਤੇ ਕਿੱਦਾਂ ਬੰਨੇ ਜਾਣੇ ਸੀ, ਸੂਈ ਨਖਾਰੇ ਵਿੱਚ ਧਾਗਾ ਕਿੱਦਾਂ ਪੈਣਾ ਸੀ, ਤਰਪਾਈ ਕਿੱਦਾਂ ਹੋਣੀ ਸੀ, ਸ਼ੀਸ਼ੀਆਂ ਦੇ ਢੱਕਣ ਢਾਟੇ ਵਗੈਰਾ ਕਿੱਦਾਂ ਖੋਲੇ ਜਾਣੇ ਸਨ, ਤੀਰ ਅੰਦਾਜ਼ੀ ਕਿੱਦਾਂ ਹੋਣੀ ਸੀ। ਹੁਣ ਤਾਂ ਟੈਲੀਫੋਨ ਵੀ ਇਦਾਂ ਆ ਗਏ ਜਿਹੜੇ ਅੰਗੂਠਿਆਂ ਦੇ ਨਾਲ ਚੱਲਦੇ ਨੇ। ਇੱਕ ਅੰਗੂਠੇ ਦਾ ਹੀ ਬੜਾ ਧੰਨਵਾਦ ਪ੍ਰਮਾਤਮਾ ਦਾ ਕੀਤਾ ਜਾ ਸਕਦਾ। ਸਾਰੀ ਸੰਗਤ ਦਾ ਧੰਨਵਾਦ। ਤੁਹਾਡਾ ਆਪਣਾ ਢਾਡੀ ਯਥਾ ਦਾਸ ਗਿਆਨੀ ਅਵਤਾਰ ਸਿੰਘ ਆਲਮ। ਕੱਲ ਸਵੇਰੇ 8:30 9 ਵਜੇ ਦਾਸਾਂ ਨੇ ਰਵਾਨਾ ਹੋ ਜਾਣਾ ਪੰਜਾਬ ਦੀ ਧਰਤੀ ਦੇ ਨੂੰ, ਤੇ ਅਰਦਾਸ ਬੇਨਤੀ ਵੀ ਕਰਿਓ ਸਹੀ ਸਲਾਮਤ ਆਪਣੇ ਬੱਚਿਆਂ ਦੇ ਪਰਿਵਾਰ ਵਿੱਚ ਪਹੁੰਚੀਏ ਤੇ ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਜਸ ਨੂੰ ਗਾਇਨ ਕਰਦੇ ਰਹੀਏ। ਸਾਰੀ ਸੰਗਤ ਦਾ ਧੰਨਵਾਦ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਆਓ ਰਲ ਮਿਲ ਕੇ ਆਨੰਦ ਸਾਹਿਬ ਦੀਆਂ 6 ਪੌੜੀਆਂ ਉਪਰੰਤ ਦੁਪਹਿਰ ਦੇ ਦੀਵਾਨਾਂ ਦੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ